ਮੈਂ ਇਹਨੂੰ ਰਾਜਨੀਤੀ ਨਹੀਂ ਸਮਝਦਾ। ਮੈਂ ਸਮਝਦਾ ਹਾਂ ਕਿ ਇਹ ਗੁਰੂ ਘਰ ਦੀ ਸੇਵਾ ਹੈ। ਰਾਜਨੀਤੀ ਹੁੰਦੀ ਤਾਂ ਅਸੀਂ ਕਾਉਂਸਲਰ ਲੜਦੇ, ਐਮਐਲਏ ਲੜਦੇ, ਉਹ ਰਾਜਨੀਤੀ ਹੈ। ਕਿ ਡਾਕਟਰ ਪੁਨਪ੍ਰੀਤ ਸਿੰਘ ਅੱਜ ਆਪਣੇ ਆਪ ਨੂੰ ਬੀਟ ਕਰਕੇ ਅੱਗੇ ਵੱਧ ਸਕਦਾ ਕਿ ਨਹੀਂ? ਮੈਨੂੰ ਕਿਸੇ ਦੇ ਨਾਲ ਕੋਈ ਕੰਪੀਟੀਸ਼ਨ ਨਹੀਂ। ਕਦੀ ਸਿੱਖ ਨੇ ਹੱਥ ਨਹੀਂ ਫੈਲਾਇਆ ਸੀ, ਕਦੀ ਸਿੱਖ ਮੁਹਤਾਜ ਨਹੀਂ ਹੋਇਆ ਸੀ। ਗੁਰੂ ਨਾਨਕ ਦਾ ਵੀ ਜੇ ਅਸੀਂ ਦੇਖੀਏ ਤਾਂ ਉਹਨਾਂ ਦਾ ਫਲਸਫਾ ਬੜਾ ਸਾਫ਼ ਰਿਹਾ ਕਿ ਕਿਰਤ ਕਰ, ਨਾਮ ਜਪ ਤੇ ਵੰਡ ਛਕ। ਪਰ ਜੇ ਕੈਂਡੀਡੇਟ ਕੰਮ ਹੀ ਨਾ ਕਰ ਸਕੇ, ਉਹਨੂੰ ਵਿਜ਼ਨ ਹੀ ਨਾ ਹੋਏ, ਉਹਨੂੰ ਇਹ ਨਾ ਪਤਾ ਹੋਏ ਕਿ ਮੇਰੇ ਇਲਾਕੇ ਦੀ ਲੋੜ ਕੀ ਹੈ, ਤੇ ਫਿਰ ਉਹ ਕੰਮ ਕੀ ਕਰੇਗਾ? ਫਿਰ तो कैंडिडेट एक पुतली बन के रह गया जो उत्तों हिलिया तो उन्हें कहता जी आज प्रधान साहब है, कहता आज प्रधान साहब। वी डोंट नीड प्रधान साहब, वी नीड कैंडिडेट्स। जी मैं गल कहूँगा उन्होंने 2 साल बेमिसाल ਦੇ ਵਿੱਚ ਫੋਟੋਆਂ ਦੇਖੋ, ਤੁਹਾਨੂੰ ਫੋਟੋਆਂ ਚੋਂ ਕ੍ਰੌਪਡ ਫੋਟੋਆਂ ਦਿਖ ਜਾਣਗੀਆਂ। ਉਹ ਜਿਹੀਆਂ ਫੋਟੋਆਂ ਮੈਂ ਤੁਹਾਨੂੰ ਦੇ ਦਾਂਗਾ ਕਿ 6 ਸਾਲ ਬੇਮਿਸਾਲ ਕਿਵੇਂ ਚੱਲੇ ਸੀ। ਤੇ 6 ਸਾਲ ਦੇ ਵਿੱਚੋਂ 2 ਸਾਲ ਕੱਢੇ ਗਏ ਤੇ ਫੋਟੋਆਂ ਤੇ 6 ਸਾਲ ਪੁਰਾਣੀਆਂ ਪਾਈ ਜਾਂਦੇ ਹੈ ਕਿ ਜਿੱਥੇ ਅਸੀਂ 2000 ਦੇ ਕਰੀਬ ਬੱਚਿਆਂ ਨੂੰ ਜੌਬਸ ਦੇ ਸਕੇ ਹਾਂ ਆਪਣੇ ਬਲਬੂਤੇ, ਆਪਣੇ ਭਰਾਵਾਂ ਦੀ ਮਿਹਨਤ ਦੇ ਬਲਬੂਤੇ, ਸੰਗਤ ਦੀ ਮਦਦ ਨਾਲ। ਜੇ ਸਾਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਰਗਾ ਕੋਈ ਪਲੇਟਫਾਰਮ ਮਿਲਦਾ ਹੈ ਤੇ ਅਸੀਂ ਇੰਪਲੋਇਮੈਂਟ ਨੂੰ ਇੱਕ ਨਵੇਂ ਲੈਵਲ ਤੇ ਲਿਜਾ ਸਕਦੇ ਹਾਂ। ਪਰ ਤੁਸੀਂ ਵੋਟ ਪਾਉਣ ਤੋਂ ਪਹਿਲੇ ਇਹ ਜ਼ਰੂਰ ਦੇਖੋ ਕਿ ਕੈਂਡੀਡੇਟ ਨੇ ਆਪਣੇ ਬਲਬੂਤੇ ਤੇ ਕੀ ਕੀਤਾ। मतलब कह लिए इस बार की जी चोण है कैंडीडेट के बेस से रहेगी, कैंडीडेट की फेस वैल्यू तो रहेगी। हर चोण उसी ਦੇ ਉੱਤੇ ਹੋਣੀ ਚਾਹੀਦੀ। ਪਰ ਅਸੀਂ ਸਾਰੇ ਸਿੰਘ ਹੈਗੇ ਆ, ਅਸੀਂ ਲੀਡਰਸ ਹੈਗੇ ਆ, ਤੇ ਆਬਵੀਅਸਲੀ ਜਦੋਂ ਬਹੁਤ ਲੀਡਰਸ ਹੁੰਦੇ ਨਾ ਤੇ ਉਹਦੇ ਚੋਂ ਇੱਕ ਨਾ ਇੱਕ ਅੱਗੇ ਆਉਣਾ ਪੈਂਦਾ। ਉਹ ਇਲੈਕਸ਼ਨ ਸਿਸਟਮ ਬਣਿਆ, मतलब अंदर ही रहना पड़ेगा। इकल्ले रहोगे तो कितने न कितने ਤੁਹਾਨੂੰ ਵੀ ਦਿੱਕਤ ਆ ਸਕਦੀ ਹੈ। ਮੈਂ ਇੱਕ ਸ਼ੇਰ ਇਕੱਲੇ ਹੀ ਘੁੰਮਦੇ ਨੇ। ਬਾਕੀ ਜੇ ਕਾਬੂ ਕਰਨਾ ਤੇ ਕਾਬੂ ਕਰਨ ਦੇ ਤੇ ਬਥੇਰੇ ਤਰੀਕੇ ਨੇ, ਡਰਨ ਵਾਲੇ ਅਸੀਂ ਹੈ ਨਹੀਂ। ਤੇ ਦੂਜੀ ਗੱਲ ਹੈ ਕਿ ਕੌਮ ਦੀ ਸੇਵਾ ਕਰਨੀ ਹੈ, ਕਿਸੇ ਇਨਸਾਨ ਦੀ ਸੇਵਾ ਨਹੀਂ ਕਰਨੀ। ਜੇ ਮੈਂ ਆਪਣੀ ਆਵਾਜ਼ ਬੁਲੰਦ ਨਹੀਂ ਕਰਦਾ ਤੇ ਫਿਰ ਮੈਂ ਆਪਣੇ ਹਲਕੇ ਨੂੰ ਧੋਖਾ ਦੇ ਰਿਹਾ। ਜੇ ਮੈਂ ਆਪਣੇ ਹਲਕੇ ਦੇ ਲਈ ਆਵਾਜ਼ ਨਹੀਂ ਚੁੱਕਦਾ ਤੇ ਫਿਰ ਮੈਂ ਆਪਣੇ ਗੁਰੂ ਨੂੰ ਧੋਖਾ ਦੇ ਰਿਹਾ। ਜੇ ਕਰੋਨਾ ਕਾਲ ਸੇਵਾ ਕੀਤੀ, ਕੋਈ ਅਹਿਸਾਨ ਨਹੀਂ ਕੀਤਾ। ਪਰ ਮੇਰਾ ਇਹ ਵਿਚਾਰ ਹੈ ਕਿ ਲੰਗਰ ਦੀ ਪ੍ਰਥਾ ਗੁਰੂ ਨਾਨਕ ਨੇ ਭੁੱਖਿਆਂ ਦਾ ਢਿੱਡ ਭਰਨ ਲਈ ਲਾਈ ਸੀ। ਅੱਜ ਅਸੀਂ ਰੱਜਿਆਂ ਦਾ ਢਿੱਡ ਭਰਨ ਲੱਗ ਪਏ। ਪਰ ਉਹਦੇ 1 ਕਰੋੜ ਵਿੱਚ ਕਿੰਨੇ ਬੱਚੇ ਗਏ ਇਹ ਵੀ ਤਾਂ ਦੱਸੋ। ਤੁਸੀਂ ਉਹਨਾਂ ਨੂੰ ਕਿੰਨਿਆਂ ਨੂੰ ਗਾਈਡ ਕੀਤਾ ਇਹ ਤੇ ਦੱਸੋ। ਮੈਂ ਬੱਚਾ ਫੜ ਕੇ ਲਿਆਂਦਾ ਜੀ 1 ਕਰੋੜ ਦੇ ਦਿਓ, ਉਹ ਬੱਚੇ 'ਚ ਕੈਲੀਬਰ ਹੈ? ਤੁਸੀਂ ਉਹਦਾ ਐਪਟੀਟਿਊਡ ਟੈਸਟ ਲਿਆ? ਤੁਸੀਂ ਉਹਨੂੰ ਦੇਖਿਆ ਕਿ ਉਸ ਬੱਚੇ 'ਚ 10 ਰੁਪਏ 'ਚ ਅੱਜ ਆਈਸਕ੍ਰੀਮ ਨਹੀਂ ਆਉਂਦੀ? ਤੁਸੀਂ ਬੱਚੇ ਪੜ੍ਹਾਉਣ ਦੀ ਗੱਲ ਕਰ ਰਹੇ ਹੋ। ਫਿਰ ਤੁਸੀਂ ਟੀਚਰਸ ਨੂੰ 7 ਪੇ ਕਮਿਸ਼ਨ ਕਿੱਥੋਂ ਦਿਓਗੇ? ਫਿਰ ਘੁੰਮ ਫਿਰ ਕੇ ਤਾਂ ਅਸੀਂ ਗੁਰੂ ਦੀ ਗੋਲਕ 'ਤੇ ਹੀ ਆ ਗਏ ਨਾ। ਸਾਡੇ ਕੋਈ ਸਕੂਲ ਮਾੜੇ ਨਹੀਂ, ਫਸਟ ਕਲਾਸ ਸਕੂਲਸ ਨੇ। ਬਸ ਇੱਕ ਟਾਈਮ ਆ ਗਿਆ ਕਿ ਉਹਨਾਂ ਨੂੰ ਅਪਗ੍ਰੇਡੇਸ਼ਨ ਚਾਹੀਦੀ ਹੈ, ਉਹਨਾਂ ਦਾ ਸਿਸਟਮ ਅਲੱਗ ਚਾਹੀਦਾ ਹੈ। ਔਰ 10 ਰੁਪਏ 'ਚ ਪੜ੍ਹਾਉਣਾ ਪੋਸੀਬਲ ਨਹੀਂ ਹੈ। ਕਿਉਂ ਅਸੀਂ ਸਿਰਫ ਗੱਡੀਆਂ ਦੇਖਦੇ ਹਾਂ? ਕਿਉਂ ਅਸੀਂ ਇਹ ਦੇਖਦੇ ਹਾਂ ਕਿ ਇਹ ਪਾਰਟੀ ਮੇਰੇ ਪਿੱਛੇ ਹੈ, ਉਹ ਪਾਰਟੀ ਪਿੱਛੇ ਹੈ? ਉਸ ਸਮੇਂ ਸਿਰਫ ਕੌਮ ਹੋਣੀ ਚਾਹੀਦੀ ਹੈ, ਉਸ ਸਮੇਂ ਸਿਰਫ ਪੱਗ ਤੇ ਦਸਤਾਰ ਹੋਣੀ ਚਾਹੀਦੀ ਹੈ, ਉਸ ਸਮੇਂ ਸਿਰਫ ਸਿੱਖੀ ਹੋਣੀ ਚਾਹੀਦੀ ਹੈ। ਕਿਉਂਕਿ ਤੁਸੀਂ ਸਿੱਖਾਂ ਦੇ ਨੇਤਾ ਹੋ, ਤੁਸੀਂ ਕਿਸੇ ਬੀਜੇਪੀ, ਆਰਐਸਐਸ, ਅਟਰਮ ਪਟਰਮ ਕਿਸੇ ਦੇ ਨਹੀਂ। ਤੁਸੀਂ ਸਿੱਖਾਂ ਨੂੰ ਲੀਡ ਕਰ ਰਹੇ ਹੋ ਤੇ ਸਿੱਖ ਕਿਸ ਵੱਲ ਦੇਖੇਗਾ ਜੇ ਉਹਦਾ ਲੀਡਰ ਹੀ ਕਮਜ਼ੋਰ ਹੈ। 2017 ਦੀ ਚੋਣਾਂ ਜਿਹੜੀਆਂ ਰਹੀਆਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਇੱਕ ਪਾਸੇ ਦੀ ਹਵਾ ਦੇਖਣ ਨੂੰ ਜ਼ਰੂਰ ਮਿਲੀ ਹੈ। ਪਰ ਹੁਣ 2021 ਦੀ ਚੋਣਾਂ ਜਿਹੜੀਆਂ ਕਿ ਨੇ ਇੱਕ ਇੰਟਰਸਟਿੰਗ ਹੋਰ ਹੁੰਦੀਆਂ ਜਾ ਰਹੀਆਂ ਨੇ, ਕਿਉਂਕਿ ਇਹਦੇ ਵਿੱਚ ਅਗਰ ਗੱਲ ਕਰੀਏ ਮੁੱਖ ਤੌਰ ਤੇ 3 ਜਿਹੜੀ ਕਿ ਪਾਰਟੀਆਂ ਨੇ ਅੱਗੇ ਦਿਖਾਈ ਦੇ ਰਹੀਆਂ ਨੇ। ਬਾਕੀ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਤਾਂ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਵੀ ਜਿਹੜੇ ਕਿ ਐਲਾਨੇ ਜਾ ਰਹੇ ਨੇ ਆਪਣੇ ਨੁਮਾਇੰਦੇ ਵੀ 10 ਸੀਟਾਂ ਤੇ ਉਹਨਾਂ ਨੇ ਵੀ ਗੱਲ ਕੀਤੀ ਹੈ। ਇਸ ਇਲਾਵਾ ਹੋਰ ਅਗਰ ਗੱਲ ਕਰਦੇ ਜਿੱਥੇ ਦਾ ਰਣਜੀਤ ਸਿੰਘ ਨੇ ਵੀ, ਹਾਲਾਂਕਿ ਅਲਾਇੰਸ ਪਾਰਟੀ ਹੁਣ ਆਪਣੀ ਸਰਨਾ ਭਰਾਵਾਂ ਦੇ ਨਾਲ ਲੈ ਕੇ ਕੁਝ ਸੀਟਾਂ ਤੇ ਸਮਝੌਤਾ ਕੀਤਾ। ਪਰ ਅਸੀਂ ਖਾਸ ਤੌਰ ਤੇ ਜਿਹੜਾ ਕਿ ਜਾਗੋ ਪਾਰਟੀ ਜਿਹੜੀ ਕਿ ਇੱਥੇ ਪਿਛਲੇ 2 ਸਾਲਾਂ ਤੋਂ ਲਗਾਤਾਰ ਦਿੱਲੀ ਦੀ ਵਿੱਚ ਆਪਣੀ ਇੱਕ ਹੋਂਦ ਬਣਾਉਂਦੇ ਹੋਏ ਆ ਰਹੀ ਹੈ, ਉਹਨੂੰ ਵੇਖਦੇ ਹੋਏ ਅਸੀਂ ਖਾਸ ਤੌਰ ਤੇ ਇੱਥੇ ਪਹੁੰਚੇ ਹਾਂ। ਮੇਰੇ ਨਾਲ ਇਸ ਵੇਲੇ ਖਾਸ ਤੌਰ ਤੇ ਡਾਕਟਰ ਪੁਨਪ੍ਰੀਤ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ। ਗੱਲਬਾਤ ਕਰਾਂਗੇ ਹਰ ਇੱਕ ਸੀਟ ਦਾ ਜਿਹੜਾ ਕਿ ਹੈ ਤੁਹਾਡੇ ਨਾਲ ਸਾਹਮਣੇ ਰੱਖ ਰਹੇ ਹਾਂ। ਗੱਲਬਾਤ ਹਰ ਇੱਕ ਕੈਂਡੀਡੇਟ ਦੀ ਜਿਹੜੀ ਕਿ ਸੋਚ ਹੈ ਉਹ ਤੁਹਾਡੇ ਸਾਹਮਣੇ ਰੱਖਿਆ। ਨਿਰਣਾ ਤੁਸੀਂ ਸੰਗਤ ਜੀ ਆਪ ਕਰਨਾ ਹੈ। ਗੱਲਬਾਤ ਕਰਦੇ ਹਾਂ ਪੁਨਪ੍ਰੀਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸ ਹਿਸਾਬ ਨਾਲ ਦੇਖ ਰਹੇ ਹੋ? ਹਾਲਾਂਕਿ ਨੌਜਵਾਨ ਹੋ, ਸੋਚਿਆ ਨਹੀਂ ਸੀਗਾ ਕਦੇ ਕਿ ਇਸ ਪਾਸੇ ਵੀ ਆਉਣਾ ਪਏਗਾ, ਕਿਉਂਕਿ ਜਿੱਥੇ ਅਗਰ ਦੇਖਿਆ ਜਾਵੇ ਨੌਜਵਾਨਾਂ ਨੂੰ ਸਾਰੇ ਐਕਸਪੋਰਟ ਕਰ ਰਹੇ। ਤੁਸੀਂ ਜੌਬ ਫੋਰ ਸਿੱਖ ਦਾ ਵੀ ਪਲੇਟਫਾਰਮ ਲੈ ਕੇ ਆਏ ਸੀਗੇ, ਇਹ ਸੀਗਾ ਕਿ ਐਕਸਪੋਰਟ ਕਰਨੀ, ਪਰ ਹੁਣ ਤੁਸੀਂ ਇੱਕ ਰਾਜਨੀਤੀ ਦੇ ਵਿੱਚ ਪੈਰ ਰੱਖ ਰਹੇ ਹੋ। ਕਿਸ ਹਿਸਾਬ ਨਾਲ ਦੇਖ ਰਹੇ ਹੋ? ਮੈਂ ਇਹਨੂੰ ਰਾਜਨੀਤੀ ਨਹੀਂ ਸਮਝਦਾ। ਮੈਂ ਸਮਝਦਾ ਹਾਂ ਕਿ ਇਹ ਗੁਰੂ ਘਰ ਦੀ ਸੇਵਾ ਹੈ। ਰਾਜਨੀਤੀ ਹੁੰਦੀ ਤਾਂ ਅਸੀਂ ਕਾਉਂਸਲਰ ਲੜਦੇ, ਐਮਐਲਏ ਲੜਦੇ, ਉਹ ਰਾਜਨੀਤੀ ਹੈ। ਇਹ ਗੁਰੂ ਘਰ ਦੀ ਸੇਵਾ ਹੈ। ਔਰ ਜੇ ਜੌਬ ਫੋਰ ਸਿੱਖ ਦੀ ਗੱਲ ਕਰਾਂ ਤੇ ਅੱਜ ਮੈਨੂੰ ਇਸ ਵਿੱਚ ਪੈਰ ਰੱਖਣ ਦੀ ਲੋੜ ਇਸ ਲਈ ਪਈ ਇਲੈਕਸ਼ਨ ਵਿੱਚ ਕਿ ਇੱਕ ਪਲੇਟਫਾਰਮ ਤੁਹਾਨੂੰ ਚਾਹੀਦਾ ਹੁੰਦਾ ਹੈ। ਔਰ ਜਿੱਥੇ ਤੱਕ ਸਾਡੀ ਹੋਂਦ ਸੀ ਅਸੀਂ ਉਸ ਪਲੇਟਫਾਰਮ ਤੱਕ ਜੌਬ ਫੋਰ ਸਿੱਖ ਨੂੰ, ਨੈਟਵਰਕਿੰਗ ਆਫ ਸਿੱਖ ਨੂੰ ਗਰੋਥ ਕੀਤੇ। ਬਟ ਅੱਜ ਸਾਨੂੰ ਲੱਗਦਾ ਹੈ ਕਿ ਜਿੱਥੇ ਅਸੀਂ 2000 ਦੇ ਕਰੀਬ ਬੱਚਿਆਂ ਨੂੰ ਜੌਬਸ ਦੇ ਸਕੇ ਹਾਂ ਆਪਣੇ ਬਲਬੂਤੇ, ਆਪਣੇ ਭਰਾਵਾਂ ਦੀ ਮਿਹਨਤ ਦੇ ਬਲਬੂਤੇ, ਸੰਗਤ ਦੀ ਮਦਦ ਨਾਲ। ਜੇ ਸਾਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਰਗਾ ਕੋਈ ਪਲੇਟਫਾਰਮ ਮਿਲਦਾ ਹੈ ਤੇ ਅਸੀਂ ਇੰਪਲੋਇਮੈਂਟ ਨੂੰ ਇੱਕ ਨਵੇਂ ਲੈਵਲ ਤੇ ਲਿਜਾ ਸਕਦੇ ਹਾਂ। ਅਸੀਂ ਆਪਣੇ ਸਿੱਖ ਬੱਚਿਆਂ ਨੂੰ ਨਵੇਂ ਸਕਿੱਲਸ ਦਵਾ ਸਕਦੇ ਹਾਂ। ਅਸੀਂ ਉਹਨਾਂ ਨੂੰ ਐਸੀ ਰੋਜ਼ਗਾਰ ਦਵਾ ਸਕਦੇ ਹਾਂ ਜਿਨ੍ਹਾਂ ਦਾ ਹਲੇ ਉਹਨਾਂ ਨੂੰ ਪਤਾ ਵੀ ਨਹੀਂ ਹੈਗਾ, ਕਿਉਂਕਿ ਓਬਵੀਅਸ ਹੈ ਹਰ ਬੰਦੇ ਨੂੰ ਹਰ ਲਾਈਨ ਦਾ ਨਹੀਂ ਪਤਾ ਹੁੰਦਾ।
ਬਟ ਇਲੈਕਸ਼ਨ ਵਿੱਚ ਵੜਨਾ ਹਾਂ ਆਪਣੇ ਆਪ 'ਚ ਬੜੀ ਵੱਡੀ ਚੀਜ਼ ਸੀ ਕਿ ਇੱਕ ਮੈਂ ਐਜੂਕੇਸ਼ਨ ਔਰ ਰਿਸਰਚਰ ਬੰਦਾ ਨਾ ਬੰਦਾ ਹੁਣ ਜਿਹਦੇ ਘਰ ਜਾਂਦਾ ਮੈਂ ਕਹਿੰਦਾ ਡਾਕਟਰ ਉਹ ਕਹਿੰਦਾ ਤੂੰ ਇੱਥੇ ਕੀ ਕਰ ਰਿਹਾ ਹੈ ਤੇ ਉਹੀ ਕੁਐਸਚਨ ਬੜਾ ਵੱਡਾ ਮੇਰੇ ਲਈ ਹੈਗਾ ਬਟ ਯੈਸ ਨੌਜਵਾਨ ਤੇ ਪਤਾ ਨਹੀਂ ਹੁਣ ਹੈਗੇ ਨਹੀਂ ਹੈਗੇ ਦਾੜੀ ਚਿੱਟੀ ਹੋ ਰਹੀ ਹੈ ਪਰ ਨੌਜਵਾਨਾਂ ਲਈ ਕੰਮ ਕਰਨਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਅੱਜ ਕਦੀ ਸਿੱਖ ਨੇ ਹੱਥ ਨਹੀਂ ਫੈਲਾਇਆ ਸੀ ਕਦੀ ਸਿੱਖ ਮੁਹਤਾਜ ਨਹੀਂ ਹੋਇਆ ਸੀ ਗੁਰੂ ਨਾਨਕ ਦਾ ਵੀ ਜੇ ਅਸੀਂ ਦੇਖੀਏ ਤਾਂ ਉਹਨਾਂ ਦਾ ਫਲਸਫਾ ਬੜਾ ਸਾਫ਼ ਰਿਹਾ ਕਿ ਕਿਰਤ ਕਰ ਨਾਮ ਜਪ ਤੇ ਵੰਡ ਛਕ ਅਸੀਂ ਵੰਡ ਛਕਣ ਤੇ ਜ਼ੋਰ ਬੜਾ ਦਿੱਤਾ ਪਰ ਕਿਰਤ ਤੇ ਕਿੱਥੇ ਅਸੀਂ ਜ਼ੋਰ ਨਹੀਂ ਦਿੱਤਾ ਤੁਸੀਂ ਸੇਵਾ ਦੀ ਗੱਲ ਕਰ ਰਹੇ ਹੋ ਲੇਕਿਨ ਸੇਵਾ ਅਗਰ ਗੱਲ ਕਰੀਏ ਕਿਸ ਤਰੀਕੇ ਦੀ ਸੇਵਾ ਕਿਉਂਕਿ ਇਹ ਹਰ ਮੈਂ ਕੈਂਡੀਡੇਟ ਤੋਂ ਗੱਲ ਕਰ ਰਿਹਾ ਕਿ ਸੇਵਾ ਕਿਸ ਤਰੀਕੇ ਦੀ ਹੈ ਕਿਉਂਕਿ ਸਾਹਮਣੇ ਵਾਲਾ ਵੀ ਜਿਹੜਾ ਉਹ ਵੀ ਪੱਗ ਉਹਨੇ ਬੰਨੀ ਹੋਈ ਹੈ ਜਦੋਂ ਪੱਗ ਬੰਨੀ ਹੋਈ ਹੈ ਜਦੋਂ ਆਮ ਤੌਰ ਤੇ ਇੱਕ ਆਮ ਆਦਮੀ ਜਦੋਂ ਦੇਖਦਾ ਤੇ ਕਹਿੰਦਾ ਕਿ ਵੀ ਇਹ ਦੋ ਪੱਗ ਵਾਲਿਆਂ ਦੇ ਵਿੱਚ ਇੱਕ ਕਿਤੇ ਨਾ ਕਿਤੇ ਲੜਾਈ ਇੱਕ ਵਰਡ ਆ ਸਾਹਮਣੇ ਆਉਂਦਾ ਕਿ ਵੀ ਇੱਕ ਜੰਗ ਲੜੀ ਜਾ ਰਹੀ ਹੈ ਕਿਉਂਕਿ ਇਲੈਕਸ਼ਨ ਹੈਗਾ ਇਲੈਕਸ਼ਨ ਨੂੰ ਇੱਕ ਤਰੀਕੇ ਦੀ ਜੰਗ ਦੇ ਤੌਰ ਤੇ ਦੇਖਿਆ ਜਾਂਦਾ ਤੇ ਪਰ ਸੇਵਾ ਕੀ ਹੈ ਸੇਵਾ ਤਾਂ ਇਹ ਹੋਣੀ ਚਾਹੀਦੀ ਸੀ ਕਿ ਬਈ ਠੀਕ ਹੈ ਮੈਂ ਨਹੀਂ ਕਰ ਰਿਹਾ ਕੋਈ ਗੱਲ ਨਹੀਂ ਭਰਾ ਤੂੰ ਕਰ ਲੈ ਇਸ ਤਰੀਕੇ ਦੀ ਸੇਵਾ ਨਹੀਂ ਹੋਣੀ ਚਾਹੀਦੀ ਸੀ ਮੈਨੂੰ ਵੀ ਇਹ ਲੱਗਦਾ ਇਹੀ ਹੋਣੀ ਚਾਹੀਦੀ ਸੀ ਔਰ ਇਹੀ ਹੋਣੀ ਚਾਹੀਦੀ ਹੈ ਪਰ ਹੁਣ ਅਨਫੋਰਚੂਨੇਟਲੀ ਕਹਿ ਲਾਂ ਜਾਂ ਫੋਰਚੂਨੇਟਲੀ ਕਹਿ ਲਾਂ ਕਿ ਸਾਡੇ ਗਲੇ ਇਲੈਕਸ਼ਨਸ ਪੈ ਗਏ ਨੇ ਐਂਡ ਉਹ ਸਿਲੈਕਸ਼ਨ ਹੁੰਦੀ ਤਾਂ ਗੱਲ ਵੱਖਰੀ ਸੀ ਪਰ ਅਸੀਂ ਸਾਰੇ ਸਿੰਘ ਹੈਗੇ ਆ ਅਸੀਂ ਲੀਡਰਸ ਹੈਗੇ ਆ ਤੇ ਓਬਵੀਅਸਲੀ ਜਦੋਂ ਬਹੁਤ ਲੀਡਰਸ ਹੁੰਦੇ ਨੇ ਨਾ ਤਾਂ ਉਹਦੇ ਚੋਂ ਇੱਕ ਨਾ ਇੱਕ ਅੱਗੇ ਆਉਣਾ ਪੈਂਦਾ ਉਹ ਇਲੈਕਸ਼ਨ ਸਿਸਟਮ ਬਣਿਆ ਬਟ ਐਨੀਵੇ ਮੈਂ ਇਹ ਕਹਿਣਾ ਚਾਹਾਂਗਾ ਕਿ ਵਿਜ਼ਨ ਦੀ ਗੱਲ ਹੁੰਦੀ ਹੈ ਜਦੋਂ ਇੱਕ ਕਲਾਸ ਦੇ ਵਿੱਚ 40 ਬੱਚੇ ਹੁੰਦੇ ਨੇ 40 ਦੇ 40 ਏ ਗ੍ਰੇਡ ਨਹੀਂ ਲਿਆਉਂਦੇ 40 ਦੇ 40 ਫੇਲ ਨਹੀਂ ਹੁੰਦੇ ਉਹ ਉਹਦੀ ਵਿਜ਼ਨ ਉਹਦੀ ਕੈਪੇਬਿਲਿਟੀ ਤੇ ਡਿਪੈਂਡ ਕਰਦਾ ਹੈ ਹਾਂ ਮੈਂ ਜ਼ਰੂਰ ਕਹਾਂਗਾ ਕਿ ਜੇ ਸੰਗਤ ਨੂੰ ਮੇਰੇ ਤੋਂ ਕਾਬਿਲ ਬੰਦਾ ਲੱਗਦਾ ਹੈ ਜੀ ਸਦਕੇ ਉਹਨਾਂ ਨੂੰ ਵੋਟ ਪਾਣ ਮੈਂ ਖੁਦ ਉਹਨਾਂ ਨੂੰ ਵੋਟ ਪਾਵਾਂਗਾ ਪਰ ਤੁਸੀਂ ਵੋਟ ਪਾਣ ਤੋਂ ਪਹਿਲੇ ਇਹ ਜ਼ਰੂਰ ਦੇਖੋ ਕਿ ਕੈਂਡੀਡੇਟ ਨੇ ਆਪਣੇ ਬਲਬੂਤੇ ਤੇ ਕੀ ਕੀਤਾ ਹੈ ਮਤਲਬ ਕਹਿ ਲਈਏ ਇਸ ਵਾਰ ਦੀ ਜਿਹੜੀ ਚੋਣ ਆ ਉਹ ਕੈਂਡੀਡੇਟ ਦੇ ਬੇਸ ਤੇ ਰਹੇਗੀ ਕੈਂਡੀਡੇਟ ਦੀ ਫੇਸ ਵੈਲਿਊ ਤੇ ਰਹੇਗੀ ਹਰ ਚੋਣ ਉਸੇ ਦੇ ਉੱਤੇ ਹੋਣੀ ਚਾਹੀਦੀ ਹੈ ਕਿਉਂਕਿ ਕੰਮ ਇਲਾਕੇ ਵਿੱਚ ਆਪਣੇ ਹਲਕੇ ਵਿੱਚ ਕੈਂਡੀਡੇਟ ਨੇ ਕਰਨਾ ਹੈ ਲੀਡਰਸ਼ਿਪ ਗਾਈਡ ਕਰਦੀ ਹੈ ਪਰ ਜੇ ਕੈਂਡੀਡੇਟ ਕੰਮ ਹੀ ਨਾ ਕਰ ਸਕੇ ਉਹਨੂੰ ਵਿਜ਼ਨ ਹੀ ਨਾ ਹੋਏ ਉਹਨੂੰ ਇਹ ਨਾ ਪਤਾ ਹੋਏ ਕਿ ਮੇਰੇ ਇਲਾਕੇ ਦੀ ਲੋੜ ਕੀ ਹੈ ਤੇ ਫਿਰ ਉਹ ਕੰਮ ਕੀ ਕਰੇਗਾ ਫਿਰ ਤਾਂ ਕੈਂਡੀਡੇਟ ਇੱਕ ਪੁਤਲੀ ਬਣ ਕੇ ਰਹਿ ਗਿਆ ਜੇ ਉੱਤੋਂ ਹਿਲਿਆ ਤਾਂ ਉਹਨੇ ਕਹਿਤਾ ਜੀ ਅੱਜ ਪ੍ਰਧਾਨ ਸਾਹਿਬ ਹੈ ਕਹਿਤਾ ਅੱਜ ਪ੍ਰਧਾਨ ਸਾਹਿਬ ਵੀ ਡੋਂਟ ਨੀਡ ਪ੍ਰਧਾਨ ਸਾਹਿਬ ਵੀ ਨੀਡ ਕੈਂਡੀਡੇਟਸ ਸਾਨੂੰ ਲੋੜ ਹੈ ਅੱਜ ਐਸੇ ਲੋਕਾਂ ਦੀ ਜੋ ਅੱਗੇ ਵੱਧ ਕੇ ਆਪਣੇ ਬਲਬੂਤੇ ਤੇ ਆਪਣੀ ਕੌਮ ਨੂੰ ਸੰਭਾਲ ਸਕਣ ਜੀ ਪਰ ਗੱਲ ਕਰਦੇ ਆ ਆਪਾਂ ਤੁਹਾਡੇ ਤੋਂ ਪਹਿਲਾਂ ਵੀ ਇੱਥੇ ਜਿਹੜੇ ਕਿ ਇੱਥੇ ਮੈਂਬਰ ਰਹੇ ਨੇ ਖਾਸ ਤੌਰ ਤੇ ਹੋਰ ਪਾਰਟੀਆਂ ਵੱਲੋਂ ਪਰ ਸਵਾਲ ਇਹ ਹੈ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਉਹਨਾਂ ਨੂੰ ਬੀਟ ਕਰ ਪਾਓਗੇ ਕਿਉਂਕਿ ਇੱਕ ਤੁਸੀਂ ਪਹਿਲੇ ਤੁਹਾਡੇ ਵਾਸਤੇ ਪਹਿਲਾ ਉਹ ਐਕਸਪੀਰੀਅੰਸ ਵੀ ਰਹੇ ਕੋਈ ਇਸ ਤਰੀਕੇ ਦੀ ਥ੍ਰੈਟਨਿੰਗ ਵੀ ਹੋਣ ਗਿਆ ਕੋਈ ਇਸ ਤਰੀਕੇ ਦੀ ਤੁਹਾਡੇ ਖਿਲਾਫ ਵੀ ਕੁਝ ਕਰੈਕਟਰ ਜਿਵੇਂ ਤੁਹਾਡੀ ਪਾਰਟੀ ਦੇ ਸਰਦਾਰਨੀ ਅਵਨੀਤ ਕੌਰ ਦੇ ਖਿਲਾਫ ਇਸ ਤਰੀਕੇ ਦੇ ਗੱਲਾਂ ਸਾਹਮਣੇ ਆਈਆਂ ਦੇਖਣ ਨੂੰ ਪਰ ਹੁਣ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਕਿਉਂਕਿ ਪਹਿਲਾਂ ਤੁਸੀਂ ਪੈਰ ਨਹੀਂ ਰੱਖੇ ਸੀ ਰਾਜਨੀਤੀ ਦੇ ਵਿੱਚ ਲੇਕਿਨ ਹੁਣ ਤੁਸੀਂ ਜਦੋਂ ਪੈਰ ਰੱਖੇ ਤਾਂ ਤੁਹਾਨੂੰ ਹੁਣ ਗੁੱਛੇ ਦੇ ਵਿੱਚ ਰਹਿ ਕੇ ਮਤਲਬ ਅੰਦਰ ਹੀ ਰਹਿਣਾ ਪਏਗਾ ਇਕੱਲੇ ਰਹੋਗੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਵੀ ਦਿੱਕਤ ਆ ਸਕਦੀ ਹੈ ਮੈਂ ਕਿਹਾ ਸ਼ੇਰ ਇਕੱਲੇ ਹੀ ਘੁੰਮਦੇ ਨੇ ਬਾਕੀ ਜੇ ਕਾਬੂ ਕਰਨਾ ਤੇ ਕਾਬੂ ਕਰਨ ਦੇ ਤੇ ਬਥੇਰੇ ਤਰੀਕੇ ਨੇ ਡਰਨ ਵਾਲੇ ਅਸੀਂ ਹੈ ਨਹੀਂ ਤੇ ਦੂਜੀ ਗੱਲ ਹੈ ਕਿ ਕੌਮ ਦੀ ਸੇਵਾ ਕਰਨੀ ਹੈ ਕਿਸੇ ਇਨਸਾਨ ਦੀ ਸੇਵਾ ਨਹੀਂ ਕਰਨੀ ਹਾਂ ਮੇਰੇ ਤੋਂ ਪਹਿਲੇ ਜਿਹੜੇ ਰਹੇ ਨੇ ਮੈਂ ਉਹਨਾਂ ਨੂੰ ਬੀਟ ਨਹੀਂ ਕਰਨਾ ਚਾਹੁੰਦਾ ਹਰ ਬੰਦੇ ਦਾ ਇੱਕ ਆਪਣਾ ਕੈਲੀਬਰ ਹੁੰਦਾ ਕੰਮ ਕਰਨ ਦਾ ਹਰ ਬੰਦੇ ਦੀ ਇੱਕ ਆਪਣੀ ਹੋਂਦ ਹੁੰਦੀ ਕੰਮ ਕਰਨ ਦੀ ਇੱਕ ਆਪਣੀ ਸੋਚ ਇੱਕ ਆਪਣਾ ਜ਼ਰੀਆ ਹੁੰਦਾ ਕੰਮ ਕਰਨ ਦਾ ਰਿਸੋਰਸਿਸ ਹੁੰਦੇ ਨੇ ਕੰਮ ਕਰਨ ਦੇ ਮੈਂ ਇੱਥੇ ਕਿਸੇ ਨੂੰ ਬੀਟ ਕਰਨ ਨਹੀਂ ਆਇਆ ਮੈਂ ਇੱਥੇ ਆਪਣੇ ਆਪ ਨੂੰ ਬੀਟ ਕਰਨ ਆਇਆ ਕਿ ਮੈਂ ਹੈਲਪਿੰਗ ਹੈਂਡ ਚੈਰੀਟੇਬਲ ਟਰਸਟ ਜਾਂ ਜੌਬਸ ਫॉर ਸਿੱਖਸ ਦੇ ਅੰਡਰ ਜਿਸ ਹੱਦ ਤੱਕ ਵੱਧ ਸਕਦਾ ਸੀ ਮੈਂ ਵੱਧ ਚੁੱਕਾ ਕਿ ਡਾਕਟਰ ਪੁਨਪ੍ਰੀਤ ਸਿੰਘ ਅੱਜ ਆਪਣੇ ਆਪ ਨੂੰ ਬੀਟ ਕਰਕੇ ਅੱਗੇ ਵੱਧ ਸਕਦਾ ਕਿ ਨਹੀਂ ਮੈਨੂੰ ਕਿਸੇ ਦੇ ਨਾਲ ਕੋਈ ਕੰਪੀਟੀਸ਼ਨ ਨਹੀਂ ਨਾ ਸਰਨਾ ਦਲ ਨਾਲੇ ਨਾ ਅਕਾਲੀ ਦਲ ਨਾਲੇ ਨਾ XYZ ਕਿਸੇ ਹੋਰ ਪਾਰਟੀ ਨਾਲੇ ਮੈਨੂੰ ਆਪਣੇ ਆਪ ਨਾਲ ਕੰਪੀਟੀਸ਼ਨ ਹੈ ਮੈਨੂੰ 20 ਦਿਨ ਮਿਲਣ ਕੰਮ ਕਰਨ ਲਈ ਮੈਂ 20 ਦਿਨ ਰੱਜ ਕੇ ਕੰਮ ਕਰਾਂਗਾ ਉਸ ਤੋਂ ਬਾਅਦ ਸੰਗਤ ਦੇ ਹੱਥ 'ਚ ਜੇ ਉਹਨਾਂ ਨੂੰ ਮੈਂ ਪਸੰਦ ਆ ਬਹੁਤ ਵਧੀਆ ਨਹੀਂ ਪਸੰਦ ਤੇ ਗੁਰੂ ਸੇਵਾ ਲੈ ਹੀ ਰਿਹਾ ਸੇਵਾ ਕਰੀ ਚੱਲਾਂਗੇ ਇੱਥੇ ਦੋ ਸਵਾਲ ਮੈਂ ਇਕੱਠੇ ਕਰਦਾ ਇੱਕ ਤਾਂ ਇਹ ਜਦੋਂ ਅਗਰ ਪਾਰਟੀ ਜਿੱਤ ਜਾਂਦੀ ਹੈ ਤੇ ਪੁਨਪ੍ਰੀਤ ਸਿੰਘ ਜਿੱਤ ਜਾਂਦਾ ਤਾਂ ਵੀ ਪੁਨਪ੍ਰੀਤ ਸਿੰਘ ਸੰਗਤ ਵਾਸਤੇ ਖੜਾ ਹੈ ਜਾਂ ਨਹੀਂ ਖੜਾ ਫਿਰ ਪ੍ਰਧਾਨਗੀ ਕੀ ਪ੍ਰਧਾਨ ਜੀ ਜੋ ਕਹਿਣਗੇ ਉਹ ਰਹੇਗਾ ਜਾਂ ਫਿਰ ਅਗਰ ਮੰਨ ਲਓ ਪਾਰਟੀ ਨਹੀਂ ਜਿੱਤਦੀ ਪੁਨਪ੍ਰੀਤ ਸਿੰਘ ਜਿੱਤ ਜਾਂਦਾ ਤਾਂ ਉਸ ਹਿਸਾਬ ਨਾਲ ਕਿ ਕਮੇਟੀ ਦੇ ਵਿੱਚ ਰਹਿ ਕੇ ਪੁਨਪ੍ਰੀਤ ਸਿੰਘ ਆਪਣੀ ਆਵਾਜ਼ ਬੁਲੰਦ ਕਰੇਗਾ ਦੋਨੋਂ ਸਵਾਲਾਂ ਦੇ ਸਮਝਣ ਦੀ ਲੋੜ ਹੈ ਮੇਰੇ ਕੋਲ ਤੁਹਾਨੂੰ ਇਹਦਾ ਜਵਾਬ ਆਲਰੇਡੀ ਪਤਾ ਹੈ ਤੁਸੀਂ ਮੈਨੂੰ ਅੱਜ ਦਾ ਨਹੀਂ ਜਾਣਦੇ ਪਿਛਲੇ 6 ਸਾਲ ਤੋਂ ਕੰਮ ਕਰਦੇ ਜਾਣ ਪਰ ਸੰਗਤ ਜਿਹੜੀ ਹੈ ਕਿ ਸੰਗਤ ਦੇ ਕੋਲ ਜਿੱਥੇ ਜਾ ਰਹੇ ਹੋ ਉਹਦੇ ਵਾਸਤੇ ਮੈਂ ਗੱਲ ਕਰ ਰਿਹਾ ਦੇਖੋ ਗੱਲ ਇਹ ਹੁੰਦੀ ਹੈ ਪ੍ਰਧਾਨ ਸਾਹਿਬ ਜਿਹੜੇ ਕਮੇਟੀ ਦੇ ਨੇ ਉਹ ਸੀਟ ਦੀ ਇੱਜ਼ਤ ਹੁੰਦੀ ਹੈ ਮਨੁੱਖ ਦੀ ਇੱਜ਼ਤ ਹੁੰਦੀ ਹੈ ਉਹਨਾਂ ਕੋਲ ਐਕਸਪੀਰੀਅੰਸ ਹੁੰਦਾ ਪਰ ਜਦੋਂ ਗੱਲ ਆਉਂਦੀ ਹੈ ਤੁਹਾਡੇ ਆਪਣੇ ਕਦਮ ਚੁੱਕਣ ਦੀ ਔਰ ਆਪਣੇ ਜ਼ਰੀਏ ਨੂੰ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦੀ ਫਿਰ ਜਿੱਥੇ ਲੋੜ ਪਏ ਉੱਥੇ ਕਰਨੀ ਪੈਂਦੀ ਹੈ ਜੇ ਮੈਂ ਆਪਣੀ ਆਵਾਜ਼ ਬੁਲੰਦ ਨਹੀਂ ਕਰਦਾ ਤੇ ਫਿਰ ਮੈਂ ਆਪਣੇ ਹਲਕੇ ਨੂੰ ਧੋਖਾ ਦੇ ਰਿਹਾ ਜੇ ਮੈਂ ਆਪਣੇ ਹਲਕੇ ਦੇ ਲਈ ਆਵਾਜ਼ ਨਹੀਂ ਚੁੱਕਦਾ ਤੇ ਫਿਰ ਮੈਂ ਆਪਣੇ ਗੁਰੂ ਨੂੰ ਧੋਖਾ ਦੇ ਰਿਹਾ ਤੇ ਮੈਂ ਇੱਥੇ ਗੁਰੂ ਦੀ ਸੇਵਾ ਕਰਨ ਆਇਆ ਗੁਰੂ ਜਿਹੜਾ ਸੰਗਤਾਂ 'ਚ ਵਸਦਾ ਹੈ ਉਹਦੀ ਸੇਵਾ ਕਰਨ ਆਇਆ ਮੈਂ ਇੱਥੇ ਕਿਸੇ ਆਦਮੀ ਦੀ ਸੇਵਾ ਕਰਨ ਨਹੀਂ ਆਇਆ
ਸਾਹਮਣੇ ਕਮੇਟੀ ਵੀ ਕਹਿ ਰਹੀ ਹੈ ਅਸੀਂ ਸੇਵਾ ਕਰਨ ਦੇ ਵਾਸਤੇ, ਉਹ ਤਾਂ ਟੈਗਲਾਈਨ ਵੀ ਲੈ ਕੇ ਆ ਚੁੱਕੇ 2 ਸਾਲ ਬੇਮਿਸਾਲ। ਪਿਛਲੇ ਜਿਹੜੇ ਕਿ 6 ਸਾਲ ਸੀਗੇ ਉਹ ਕਿਤੇ ਨਾ ਕਿਤੇ ਲੁੱਟ ਖਸੁੱਟ ਘੁਟਾਲੇ ਇਸ ਤਰੀਕੇ ਦੇ ਆਰੋਪ ਲੱਗਦੇ ਰਹੇ ਨੇ, ਪਰ ਉਹ ਕਹਿ ਰਹੇ ਨੇ ਕਿ ਜਿਹੜੇ 2 ਸਾਲ ਇਹ ਹੈਗੇ ਇਹ ਤਾਂ ਮਤਲਬ ਸ਼ਾਨਦਾਰ ਹੀ ਹੈਗੇ, ਇਸ ਤੋਂ ਇਲਾਵਾ ਤਾਂ ਕੋਈ ਹੋਇਆ ਹੀ ਨਹੀਂ ਕੰਮ ਦਿੱਲੀ ਕਮੇਟੀ ਦੇ ਕਾਰਜਕਾਲ ਦੇ ਵਿੱਚ। ਵੀਰ ਜੀ ਮੈਂ ਇੱਕ ਗੱਲ ਕਹਾਂਗਾ, ਉਹਨਾਂ ਦੇ 2 ਸਾਲ ਬੇਮਿਸਾਲ ਦੇ ਵਿੱਚ ਫੋਟੋਆਂ ਦੇਖੋ, ਤੁਹਾਨੂੰ ਫੋਟੋਆਂ 'ਚੋਂ ਕ੍ਰੌਪਡ ਫੋਟੋਆਂ ਦਿਖ ਜਾਣਗੀਆਂ। ਉਹ ਜਿਹੀਆਂ ਫੋਟੋਆਂ ਮੈਂ ਤੁਹਾਨੂੰ ਦੇ ਦਾਂਗਾ ਕਿ 6 ਸਾਲ ਬੇਮਿਸਾਲ ਕਿਵੇਂ ਚੱਲੇ ਸੀ, ਤੇ ਉਹ 6 ਸਾਲ ਦੇ ਵਿੱਚੋਂ 2 ਸਾਲ ਕੱਢੇ ਗਏ ਤੇ ਫੋਟੋਆਂ ਤੇ 6 ਸਾਲ ਪੁਰਾਣੀਆਂ ਪਾਈ ਜਾਂਦੇ ਹੋ। ਮੈਂ ਉਹਨਾਂ ਦੇ ਕੰਮ ਤੇ ਨਹੀਂ ਕਹਿੰਦਾ, ਮੈਂ ਕਹਿੰਦਾ ਬਹੁਤ ਵਧੀਆ ਕੰਮ ਕੀਤਾ, ਬਹੁਤ ਵਧੀਆ ਕੀਤਾ। ਜੇ ਤੁਸੀਂ ਵਧੀਆ ਕੀਤਾ ਪਾਰਟੀ ਮਤਲਬ ਸੰਗਤ ਤੁਹਾਨੂੰ ਆਪਣੇ ਆਪ ਲੈ ਆਏਗੀ, ਜੇ ਤੁਸੀਂ ਨਹੀਂ ਕੀਤਾ ਤੇ ਨਹੀਂ ਲਿਆਏਗੀ। ਜੇ ਮੈਂ ਅੱਛਾ ਕੰਮ ਨਹੀਂ ਕੀਤਾ, ਸੰਗਤ ਨੂੰ ਮੈਂ ਨਹੀਂ ਪਸੰਦ, ਤੇ ਮੈਂ ਪੁੱਠਾ ਵੀ ਪੇੜ ਤੋਂ ਲਟਕ ਜਾ, ਸੰਗਤ ਮੈਨੂੰ ਨਹੀਂ ਲਿਆਏਗੀ। ਔਰ ਜੇ ਮੈਂ ਕੀਤਾ ਹੈ ਤੇ ਸੰਗਤ ਆਪੇ ਝੋਲੀ ਸੇਵਾ ਪਾਏਗੀ। ਸੇਵਾ ਗੁਰੂ ਨੇ ਪਾਣੀ ਹੈ, ਸੇਵਾ ਸੰਗਤ ਨੇ ਪਾਣੀ ਹੈ, ਸੇਵਾ ਤੁਹਾਡੇ ਕੰਮ ਨੇ ਪਾਣੀ ਹੈ, ਸੇਵਾ ਤੁਹਾਡੇ ਪੋਸਟਰਾਂ ਨੇ ਨਹੀਂ ਪਾਣੀ। ਸੇਵਾ ਤੁਹਾਡੇ ਬੇਮਿਸਾਲ ਆਪਣੇ ਆਪ ਨੂੰ ਮੈਂ 100 ਵਾਰ ਕਹਾਂ ਜੀ ਮੈਂ ਡਾਕਟਰ ਪੁਨਪ੍ਰੀਤ ਸਿੰਘ ਇਹ ਕਰਤਾ ਉਹ ਕਰਤਾ, ਕੋਈ ਮੈਨੇ ਨਹੀਂ ਰੱਖਦਾ। ਉਹ ਤਾਂ ਕਹਿੰਦੇ ਅਸੀਂ ਲੰਗਰ ਵੀ ਲਾਏ ਆ, ਅਸੀਂ ਕਰੋਨਾ ਕਾਲ ਦੇ ਵਿੱਚ ਵੀ ਲੰਗਰ ਲਾਏ ਆ, ਤੇ ਉਸ ਤੋਂ ਇਲਾਵਾ ਹੁਣ ਕਿਸਾਨਾਂ ਦੀ ਵੀ ਜਿਹੜੀ ਕਿ ਸੇਵਾਵਾਂ ਜਿਹੜੀਆਂ ਕਿ ਨੇ ਸਾਡੇ ਵੱਲੋਂ ਇਤਨੇ ਵੱਡੇ ਪੱਧਰ ਤੇ ਹੋਈ ਹੈ ਕਿ ਦਿੱਲੀ ਕਮੇਟੀ ਨੂੰ ਕੋਈ ਜਾਣਦਾ ਹੀ ਨਹੀਂ। ਜਿਹੜੀ ਵਾਹ ਜਿਹੜੀ ਕੀ ਹੈ ਉਹ ਦਿੱਲੀ ਕਮੇਟੀ ਦੀ ਹੁਣ ਕਿਸਾਨਾਂ ਤੋਂ ਬਾਅਦ ਜਿਹੜੀ ਕੀ ਹੋ ਰਹੀ ਹੈ, ਦੂਰ ਦਰੇਡੇ ਬਾਹਰ ਬੈਠੇ ਵੀ ਜਿਹੜੇ ਕਿ ਹੁਣ ਜਾਣਨ ਲੱਗੇ ਹੈ। ਕੀ ਕਹਿਣਾ ਚਾਹੋਗੇ? ਮੇਰੇ ਖਿਆਲ ਇਹ ਜਵਾਬ ਮੈਨੂੰ ਨਹੀਂ ਦੇਣਾ ਚਾਹੀਦਾ, ਰਾਜੋਵਾਲ ਜੀ ਆਲਰੇਡੀ ਦੇ ਚੁੱਕੇ ਨੇ। ਤੇ ਰਾਜੋਵਾਲ ਜੀ ਨੇ ਜੋ ਕਿਹਾ ਆਪ ਸਭ ਜਾਣਦੇ ਹੋ, ਮੈਂ ਕਿਉਂ ਦੁਹਰਾਵਾਂ ਉਸ ਗੱਲ ਨੂੰ। ਸੇਵਾ ਕੀਤੀ ਕੋਈ ਹਿਸਾਬ ਨਹੀਂ ਕੀਤਾ, ਜੇ ਕਰੋਨਾ ਕਾਲ ਸੇਵਾ ਕੀਤੀ ਕੋਈ ਹਿਸਾਬ ਨਹੀਂ ਕੀਤਾ। ਪਰ ਮੇਰਾ ਇਹ ਵਿਚਾਰ ਹੈ ਕਿ ਲੰਗਰ ਦੀ ਪ੍ਰਥਾ ਗੁਰੂ ਨਾਨਕ ਨੇ ਭੁੱਖਿਆਂ ਦਾ ਢਿੱਡ ਭਰਨ ਲਈ ਲਾਈ ਸੀ, ਅੱਜ ਅਸੀਂ ਰੱਜਿਆਂ ਦਾ ਢਿੱਡ ਭਰਨ ਲੱਗ ਪਏ ਹਾਂ। ਅੱਜ ਲੰਗਰ ਦੀ ਪ੍ਰਥਾ ਸਾਨੂੰ ਐਜੂਕੇਸ਼ਨ ਦੀ ਚਾਹੀਦੀ ਹੈ। ਅੱਜ ਸਾਨੂੰ ਚਾਹੀਦਾ ਕਿ ਸਾਡੇ ਬੱਚੇ IAS IPS ਬਣਨ, ਆਰਮੀ ਦੇ ਵਿੱਚ ਹਾਈ ਰੈਂਕਸ ਤੇ ਜਾਣ, ਐਡਵੋਕੇਟਸ ਬਣਨ, ਲੀਗਲ ਸੈਲਸ ਵਿੱਚ ਆਣ। ਕਿਉਂ? ਤੇ ਉਹਦੇ ਵਾਸਤੇ ਉਹਨਾਂ ਨੇ ਵੀ ਤਾਂ ਲਿਖਿਆ ਹੈ ਕਿ ਵੀ ਅਸੀਂ 1 ਕਰੋੜ ਰੁਪਏ ਜੋ ਵੀ ਹੈ ਸਕਾਲਰਸ਼ਿਪ ਅਸੀਂ ਉਸ ਨੂੰ ਵੀ IAS ਦੇ ਵਾਸਤੇ ਤਿਆਰੀ ਕਰਾਵਾਂਗੇ। ਪਰ ਉਹਦੇ 1 ਕਰੋੜ ਦੇ ਵਿੱਚ ਕਿੰਨੇ ਬੱਚੇ ਗਏ ਇਹ ਵੀ ਤਾਂ ਦੱਸੋ। ਤੁਸੀਂ ਉਹਨਾਂ ਨੂੰ ਕਿੰਨਿਆਂ ਨੂੰ ਗਾਈਡ ਕੀਤਾ ਇਹ ਤੇ ਦੱਸੋ। ਮੈਂ ਬੱਚਾ ਫੜ ਕੇ ਲਿਆਂਦਾ ਜੀ 1 ਕਰੋੜ ਦੇ ਦਿਓ, ਉਹ ਬੱਚੇ 'ਚ ਕੈਲੀਬਰ ਹੈ? ਤੁਸੀਂ ਉਹਦਾ ਐਪਟੀਟਿਊਡ ਟੈਸਟ ਲਿਆ? ਤੁਸੀਂ ਉਹਨੂੰ ਦੇਖਿਆ ਕਿ ਉਸ ਬੱਚੇ 'ਚ ਕੀ? ਦੇਖੋ ਤੁਹਾਨੂੰ ਇਜ਼ਰਾਈਲ ਤੋਂ ਬੜਾ ਵੱਡਾ ਐਗਜ਼ਾਮਪਲ ਲੈਣਾ ਪਏਗਾ, ਤੁਹਾਨੂੰ ਛਾਂਟਣਾ ਪਏਗਾ, ਤੁਹਾਨੂੰ 20 ਸਾਲ ਮਿਹਨਤ ਕਰਨੀ ਪਏਗੀ ਜਿਵੇਂ ਇਜ਼ਰਾਈਲ ਕੀਤੀ ਸੀ। ਐਂਡ ਆਫ ਦਾ ਡੇ ਇਹ ਕੌਮ ਨਾ ਮਰੀ ਕੌਮ ਨਹੀਂ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਖੜੀ ਲਾਡਲੀ ਫੌਜ ਹੈ। ਇਹਦੇ 'ਚ ਬਹੁਤ ਜਜ਼ਬਾ ਹੈ, ਇਹ ਮਰਨ ਵਾਲੇ ਨਹੀਂ। ਇੰਨੇ ਘੱਲੂਘਾਰੇ ਦੇਖ ਰਹੇ ਤੇ ਹੁਣ ਕਿੱਥੇ ਮੁੱਕਾਂਗੇ। ਇਹਨਾਂ ਨੂੰ ਇੱਕ ਰਾਹ ਚਾਹੀਦਾ ਹੈ, ਇੱਕ ਲੀਡਰ ਚਾਹੀਦਾ ਹੈ, ਇੱਕ ਐਸਾ ਲੀਡਰ ਚਾਹੀਦਾ ਜੋ ਆਪਣੇ ਆਪ 'ਚ ਵਿਜ਼ਨ ਰੱਖਦਾ ਹੈ। ਮੇਰੀ ਨਜ਼ਰ ਵਿੱਚ ਅੱਜ ਦੀ ਡੇਟ ਵਿੱਚ ਇਹ ਨਹੀਂ ਕਿ ਮੈਂ ਜਾਗੋ ਪਾਰਟੀ ਤੋਂ ਤਾਂ ਬੋਲ ਰਿਹਾ, ਪਰ ਜੇ ਮੈਂ ਇਤਿਹਾਸ ਦੇਖਾਂ ਤੇ ਮਨਜੀਤ ਸਿੰਘ ਜੀਕੇ ਤੋਂ ਅੱਗੇ ਕੋਈ ਨਹੀਂ ਦਿਖਦਾ। ਕਾਰਨ ਇੱਦਾਂ ਹੈ ਕਿ ਅਸੀਂ ਇਤਿਹਾਸ ਪੜ੍ਹਦੇ ਹਾਂ, ਉਹ ਇਤਿਹਾਸ ਜੀਏ ਨੇ। ਉਸ ਜਥੇਦਾਰ ਸੰਤੋਖ ਸਿੰਘ ਦੀ ਔਲਾਦ ਨੇ, ਉਹਨੇ ਉਹ ਇਤਿਹਾਸ ਦੇਖਿਆ ਹੈ, ਉਹਦੇ ਵਿੱਚ ਜੀਆ ਹੈ, ਉਹਨੇ ਉਹ ਸਭ ਵੇਖਿਆ ਜੋ ਅਸੀਂ ਪੜ੍ਹਦੇ ਰਹੇ ਹਾਂ। ਉਹਦੇ ਕੋਲ ਉਹ ਵਿਜ਼ਨ ਹੈ ਜੋ ਉਹਨਾਂ ਦੇ ਫਾਦਰ ਸਾਹਿਬ ਕੋਲ ਸੀ। ਤਾਂ ਐਸਾ ਜਥੇਦਾਰ ਸੀ ਕਿਉਂ ਨਾ ਲਿਆਈਏ, ਕਿਉਂ ਨਾ ਐਸਾ ਲੀਡਰ ਲਿਆਈਏ ਕਿ ਉਹਦੇ ਥੱਲੇ ਅਸੀਂ ਲੱਗ ਕੇ ਕੁਝ ਕੰਮ ਕਰ ਸਕੀਏ। ਵਿਜ਼ਨ ਹੋਏਗੀ ਕੁਝ ਹੋਏਗਾ, ਨਹੀਂ ਤੇ ਅਸੀਂ ਬੈਠੇ ਹਾਂ। ਅੱਜ ਅਸੀਂ 2 ਸਾਲ ਦੀ ਬੇਮਿਸਾਲ ਕਰ ਰਹੇ ਹਾਂ, ਕੱਲ 4 ਸਾਲ ਬੇਮਿਸਾਲ ਕਰਾਂਗੇ। ਬੇਮਿਸਾਲ ਤੇ ਤਾਂ ਪਤਾ ਚੱਲੇਗਾ ਜਦੋਂ ਸੰਗਤ ਬੋਲੇਗੀ, ਜਦੋਂ ਸਾਡੇ ਬੱਚੇ ਕੈਨੇਡਾ ਔਰ UK ਔਰ US ਔਰ ਨਿਊਜ਼ੀਲੈਂਡ ਦੌੜਨ ਦੀ ਬਜਾਏ ਇੱਥੇ ਕੁਝ ਬਣ ਰਹੇ ਹੋਣਗੇ, ਤਾਂ ਅਸੀਂ ਬੇਮਿਸਾਲ ਹੋਵਾਂਗੇ। ਰੋਡ ਮੈਪ ਕੀ ਹੈ? ਰੋਡ ਮੈਪ ਸਿੰਪਲ ਹੈ। ਰੋਡ ਮੈਪ ਅਸੀਂ ਐਜੂਕੇਸ਼ਨ ਤੇ ਕੰਮ ਕਰਨਾ ਹੈ। ਰੋਡ ਮੈਪ ਐਵੇਂ ਅਸੀਂ ਔਰਤਾਂ ਨੂੰ ਸਟਰੋਂਗ ਕਰਨਾ ਹੈ, ਸਾਡੀ ਭੈਣਾਂ ਸਾਡੀ ਧੀਆਂ ਉਹਨਾਂ ਨੂੰ ਅੱਗੇ ਲਿਆਉਣਾ ਹੈ। ਕਿਉਂਕਿ ਦੇਖੋ ਮਾਈ ਭਾਗੋ ਬੜਾ ਵੱਡਾ ਐਗਜ਼ਾਮਪਲ ਨੇ, ਮਾਤਾ ਗੁਜਰ ਕੌਰ ਜੀ ਦੇਖੋ, ਮਾਤਾ ਸਾਹਿਬ ਕੌਰ ਜੀ ਦੇਖੋ, ਇਤਿਹਾਸ ਬੋਲਦਾ ਪਿਆ, ਇਹ ਮੈਂ ਨਹੀਂ ਬੋਲ ਰਿਹਾ। ਜਦੋਂ ਪੰਥ ਨੂੰ ਲੋੜ ਪਈਏ ਸਾਡੀ ਮਾਤਾਵਾਂ ਸਾਡੀ ਭੈਣਾਂ ਨੇ ਅੱਗੇ ਮਤਲਬ ਇੱਕ ਥੰਮ ਬਣ ਕੇ ਖੜੀਆਂ ਹੋਈਆਂ, ਤੇ ਅੱਜ ਕਿਉਂ ਨਹੀਂ? ਅੱਜ ਸਾਡੀ ਪਾਰਟੀ ਜਾਗੋ ਨੇ 5 ਕੈਂਡੀਡੇਟ ਲਾਏ ਨੇ, ਤੁਸੀਂ ਜਾਣਦੇ ਹੋ। ਉਹਦਾ ਕਾਰਨ ਹੀ ਹੈ ਕਿ ਮੌਕਾ ਤੇ ਦਈਏ। ਜੇ ਅਸੀਂ ਮੌਕਾ ਨਹੀਂ ਦੇ ਰਹੇ ਤੇ ਅਸੀਂ ਗੁਨਾਹਗਾਰ ਹਾਂ। ਫਿਰ ਬਰਾਬਰੀ ਕਿੱਥੇ ਹੈ? ਜੇ ਬਰਾਬਰੀ ਕਰਨੀ ਹੈ ਤੇ ਉਹਨਾਂ ਨੂੰ ਬਰਾਬਰ ਹੋਣ ਦਾ ਮੌਕਾ ਦਿਓ। ਜੇ ਅਸੀਂ ਜੈਂਡਰ ਇਕੁਐਲਿਟੀ ਦੀ ਗੱਲ ਕਰਦੇ ਹਾਂ ਤੇ ਜੈਂਡਰ ਨੂੰ ਇਕੁਅਲ ਹੋਣ ਤੇ ਦਿਓ। ਉਹਦੇ ਲਈ ਸਾਨੂੰ ਅੱਗੇ ਆਉਣਾ ਪਏਗਾ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਮਾਤਾ ਸੁੰਦਰੀ ਜੀ ਨੇ ਟਾਈਮ ਸੰਭਾਲਿਆ ਹੀ ਨਾ। ਆਪ ਸਭ ਜਾਣਦੇ ਹੋ ਕਿ ਪੰਥ ਨੂੰ ਉਹਨਾਂ ਨੇ ਸੰਭਾਲਿਆ, ਠੀਕ ਹੈ। ਫਿਰ ਭਾਈ ਮੰਨੀ ਜੀ ਆਏ, ਉਹਨਾਂ ਨੇ ਸੰਭਾਲਿਆ। ਬਾਨੀ ਸਿੰਘ ਜੀ ਨੇ ਸਾਰਾ ਹਿਸਟਰੀ ਸਭ ਜਾਣਦੇ, ਮੈਂ ਬਾਰ ਕੀ ਰਿਪੀਟ ਕਰਾਂ। ਪਰ ਹਾਂ, ਅੱਜ ਲੋੜ ਹੈ ਇੱਕ ਰੋਡ ਮੈਪ ਕ੍ਰੀਏਟ ਕਰਨ ਦੀ, ਜਿੱਥੇ ਸਾਡੇ ਸਕੂਲਸ ਆਜ਼ਾਦ ਹੋਣ, ਉਨ ਟੀਚਰਸ ਨੂੰ ਸੈਲਰੀਜ਼ ਮਿਲਣ, ਵਾਪਸ GHPS ਉਹ ਹੋਏ ਜੋ ਮੇਰੇ ਟਾਈਮ ਤੇ ਸੀ, ਜਦੋਂ ਅਸੀਂ ਮਤਲਬ ਵੇਟ ਕਰਦੇ ਸਾਂ ਕਿ ਸਾਡੀ ਐਡਮਿਸ਼ਨਸ ਹੋਣ। ਉਹ ਇਹ ਨਹੀਂ ਕਿ ਹੋ ਨਹੀਂ ਸਕਦਾ, ਹੋ ਸਕਦਾ, ਪਰ ਉੱਥੇ ਸਾਨੂੰ ਆਪਣੀ ਈਗੋਸ ਛੋੜਨੀਆਂ ਪੈਣਗੀਆਂ, ਉੱਥੇ ਸਾਨੂੰ ਆਪਣੀ ਪ੍ਰਬੰਧਕੀ ਛੋੜਨੀ ਪਏਗੀ, ਉੱਥੇ ਸਾਨੂੰ ਇਹ ਰਿਅਲਾਈਜ਼ ਕਰਨਾ ਪਏਗਾ ਕਿ ਕੋਈ ਵੀ ਐਜੂਕੇਸ਼ਨ ਅਦਾਰਾ ਕਮੇਟੀਆਂ ਦੇ ਹਿਸਾਬ ਨਾਲ ਨਹੀਂ ਚੱਲਦਾ, ਉਹ ਐਜੂਕੇਸ਼ਨ ਦੇ ਹਿਸਾਬ ਨਾਲ ਚੱਲੇਗਾ, ਪ੍ਰੋਫੈਸ਼ਨਲਿਜ਼ਮ ਦੇ ਹਿਸਾਬ ਨਾਲ ਚੱਲੇਗਾ, ਔਰ ਪ੍ਰੋਫੈਸ਼ਨਲਿਜ਼ਮ ਤੁਹਾਨੂੰ ਲਿਆਉਣੀ ਪਏਗੀ। ਸਵਾਲ ਅਗਰ ਗੱਲ ਕਰਦੇ ਜਿਸ ਹਿਸਾਬ ਨਾਲ ਤੁਸੀਂ ਸਾਰੀ ਗੱਲਾਂ ਕੀਤੀ ਤਾਂ ਤੁਸੀਂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਗੱਲ ਕੀਤੀ ਹੈ,
ਇਹ ਤਾਂ ਹੋ ਗਈ ਕਮੇਟੀ ਦੀ ਜਿਹੜੀ ਰੂਲਿੰਗ ਪਾਰਟੀ ਦੇ ਵਿੱਚ ਕਮੇਟੀ ਇਸ ਟਾਈਮ ਚੱਲ ਰਹੀ ਹੈ ਜਿਹੜੀ ਕਿ ਚੱਲ ਰਹੀ ਹੈ। ਇਸ ਤੋਂ ਇਲਾਵਾ ਵੀ ਜਥੇਬੰਦੀਆਂ ਨੇ ਭਾਈ ਵਡਾਲਾ ਵੱਲੋਂ ਪਿਛਲੇ 2017 ਦੇ ਵਿੱਚ ਵੀ ਜਿਹੜੇ ਸਾਹਮਣੇ ਆਏ ਸੀ, ਕਹਿੰਦੇ 10 ਰੁਪਏ ਦੇ ਵਿੱਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਫੀਸ ਰਹੇਗੀ। ਐਤਕੀ ਦੁਬਾਰਾ 10 ਸੀਟਾਂ ਤੇ ਆਪਣੇ ਉਮੀਦਵਾਰ ਉਤਾਰ ਚੁੱਕੇ ਨੇ, ਹਾਲਾਂਕਿ 4 ਸਾਲ ਬਾਅਦ ਉਹ ਸਾਹਮਣੇ ਆਏ ਨੇ, ਪਰ ਫਿਰ ਵੀ 10 ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇ ਨੇ। ਕਿਤੇ ਨਾ ਕਿਤੇ ਸੱਟ ਜ਼ਰੂਰ ਵੱਜੇਗੀ, ਪਰ ਫਿਰ ਵੀ ਕਿਸ ਹਿਸਾਬ ਨਾਲ ਦੇਖਦੇ ਹੋ? ਕਿਉਂਕਿ 10 ਰੁਪਏ ਦੇ ਵਿੱਚ ਪੜ੍ਹਾਉਣਾ, ਇੱਕ ਪਾਸੇ ਸੈਲਰੀ ਨਾ ਮਿਲਣਾ, ਇਸ ਨੂੰ ਕਿਸ ਹਿਸਾਬ ਨਾਲ ਦੇਖਦੇ ਹੋ? ਵੀਰ ਜੀ, ਉਮੀਦ ਰੱਖਣਾ ਨਾ ਸਭ ਦਾ ਹੱਕ ਹੈ, ਉਮੀਦ ਤਾਂ ਦੁਨੀਆ ਕਾਇਮ ਹੈ। ਗੱਲ ਇਹ ਵੇ ਕਿ 10 ਰੁਪਏ, ਇੰਨਾ ਵੱਡਾ ਬੰਦਾ 10 ਰੁਪਏ ਦੇ ਵਿੱਚ ਬੋਲ ਰਿਹਾ ਤਾਂ ਕੁਝ ਨਾ ਕੁਝ ਸੋਚਣੀ ਹੈ, ਕੁਝ ਨਾ ਕੁਝ ਹੋਏਗਾ ਤਾਂ ਸਹੀ ਹੈ। ਕੀ ਕਿਸ ਹਿਸਾਬ ਨਾਲ, ਜੇ ਹਵਾ ਹਵਾਈ ਗੱਲ ਹੋਏਗੀ? ਇਹ ਆਪ ਉਹਨਾਂ ਤੋਂ ਪੁੱਛੋ। ਰਹੀ ਗੱਲ ਇਹ ਕਿ ਜੋ ਮੇਰਾ ਨਜ਼ਰੀਆ ਹੈ, 10 ਰੁਪਏ 'ਚ ਆਈਸਕ੍ਰੀਮ ਨਹੀਂ ਆਉਂਦੀ। ਤੁਸੀਂ ਬੱਚੇ ਪੜ੍ਹਾਉਣ ਦੀ ਗੱਲ ਕਰ ਰਹੇ ਹੋ, ਫਿਰ ਤੁਸੀਂ ਟੀਚਰਸ ਨੂੰ 7th ਪੇ ਕਮਿਸ਼ਨ ਕਿੱਥੋਂ ਦਿਓਗੇ? ਫਿਰ ਘੁੰਮ ਫਿਰ ਕੇ ਤਾਂ ਅਸੀਂ ਗੁਰੂ ਦੀ ਗੋਲਕ ਤੇ ਹੀ ਆ ਗਏ ਨਾ। ਬਈ ਗੁਰੂ ਦੀ ਗੋਲਕ 'ਚ ਅਸੀਂ ਸਕੂਲ ਚਲਾਣੇ ਨੇ, ਤੇ ਫਿਰ ਸਕੂਲ ਗੁਰਦੁਆਰਿਆਂ ਦਾ ਮੈਨੇਜਮੈਂਟ ਕੌਣ ਦੇਖੇਗਾ? ਗੁਰਦੁਆਰੇ ਦੀ ਗੋਲਕ ਦਾ ਮਕਸਦ ਹੁੰਦਾ ਹੈ ਗੁਰੂ ਘਰ ਦੇ ਵਜ਼ੀਰਾਂ ਦੀ ਤਨਖਾਹਾਂ ਦੇਣੀਆਂ, ਸੇਵਾਦਾਰਾਂ ਦੀਆਂ ਦੇਣੀਆਂ, ਗੁਰੂ ਘਰ ਦਾ ਜਿਹੜਾ ਮੈਨੇਜਮੈਂਟ ਹੈ ਉਹਨੂੰ ਦੇਖਣਾ, ਬਿਲਡਿੰਗ ਦੇਖਣਾ, ਅਦਾਰੇ ਦੇਖਣੇ, ਬਿਜਲੀ ਪਾਣੀ ਦੇਖਣਾ। ਇਹ ਸਕੂਲ ਚਲਾਣੇ ਨਹੀਂ ਸੀ। ਸਕੂਲ ਚਲਾਉਣ ਦਾ ਕੰਮ ਸੀ ਫੀਸ ਦਾ। ਫੀਸਾਂ ਕਿਉਂ ਹੁੰਦੀਆਂ ਸੀ? ਤਾਂ ਕਿ ਉਸ ਵਿੱਚੋਂ ਟੀਚਰਸ ਅੱਛੀਆਂ ਆਉਣ, ਉਹਨਾਂ ਦੀ ਟ੍ਰੇਨਿੰਗਸ ਹੋਣ, ਬੱਚੇ ਅੱਛੇ ਤੋਂ ਪੜ੍ਹ ਕੇ ਨਿਕਲਣ। ਮੈਂ GHPS ਦਾ ਪੜ੍ਹਿਆ ਵਸੰਤ ਵਿਹਾਰ ਤੋਂ, ਮੇਰਾ ਬੇਟਾ ਉੱਥੋਂ ਪੜ੍ਹ ਕੇ ਨਿਕਲਿਆ ਹੈ, ਅੱਜ ਉਹ ਫਸਟ ਕਲਾਸ ਆਪਣਾ ਕੰਮ ਕਰਦਾ ਪਿਆ, ਬਹੁਤ ਮਿਹਨਤ ਕੀਤੀ, ਮੁੰਡੇ ਅੱਗੇ ਵਧਿਆ। ਮੇਰੀ ਬੇਟੀ ਹੁਣ 12ਵੀਂ ਦੇ ਪੇਪਰ ਦੇ ਰਹੀ ਹੈ, 10th ਵਿੱਚ ਉਹ ਮੇਰੀ ਬੱਚੀ 93% ਲੈ ਕੇ ਪਾਸ ਹੋਈ, ਉਹ ਵੀ ਤੁਸੀਂ ਸਕੂਲ 'ਚੋਂ ਪੜ੍ਹ ਰਹੀ ਹੈ। ਅਸੀਂ ਕਿਵੇਂ ਕਹਿ ਸਕਦੇ ਹਾਂ ਸਾਡੇ ਸਕੂਲ ਮਾੜੇ ਨੇ? ਮੈਨੂੰ ਇੱਕ ਗੱਲ ਦੱਸੋ, ਕਿੰਨੇ ਐਸੇ ਸਾਡੇ ਲੀਡਰ ਨੇ ਜਿਹੜੇ ਇਲੈਕਸ਼ਨ ਲੜਦੇ ਪਏ ਨੇ, ਬਾਕੀਆਂ ਨੂੰ ਛੱਡੋ, ਜਿਨ੍ਹਾਂ ਦੇ ਬੱਚੇ ਸਾਡੇ ਸਕੂਲਾਂ 'ਚ ਪੜ੍ਹ ਰਹੇ? ਇਹ ਤਾਂ ਜਵਾਬ ਦੇ ਦੇਣ। ਬਈ ਤੁਸੀਂ ਕਹਿੰਦੇ ਹੋ ਸਾਡੇ ਸਕੂਲ ਨੇ, ਸਾਡੇ ਪੜ੍ਹਾਓ, ਕੌਣ ਪੜ੍ਹਾਏਗਾ? ਤੁਸੀਂ ਜਾ ਕੇ ਕ੍ਰਿਸਚਨ ਸਕੂਲ ਦੇ ਵਿੱਚ ਬੱਚੇ ਪੜ੍ਹਾਉਂਦੇ ਹੋ, ਫਿਰ ਕਹਿੰਦੇ ਹੋ ਜੀ ਸਾਡੇ ਸਕੂਲ ਮਾੜੇ ਨੇ। ਮੈਂ ਰੋਜ਼ ਚੀਕਾ ਮੈਂ ਮਾੜਾ, ਤੇ ਇੱਕ ਦਿਨ ਸਾਰੇ ਕਹਿਣਗੇ ਹਾਂ ਭਾਈ ਤੂੰ ਮਾੜਾ ਹੈ। ਸਾਡੇ ਕੋਈ ਸਕੂਲ ਮਾੜੇ ਨਹੀਂ ਨੇ, ਫਸਟ ਕਲਾਸ ਸਕੂਲਸ ਨੇ। ਬਸ ਇੱਕ ਟਾਈਮ ਆ ਗਿਆ ਕਿ ਉਹਨਾਂ ਨੂੰ ਅਪਗ੍ਰੇਡੇਸ਼ਨ ਚਾਹੀਦੀ ਹੈ, ਉਹਨਾਂ ਦਾ ਸਿਸਟਮ ਅਲੱਗ ਚਾਹੀਦਾ ਹੈ। ਔਰ 10 ਰੁਪਏ 'ਚ ਪੜ੍ਹਾਉਣਾ ਪੋਸੀਬਲ ਨਹੀਂ ਹੈ। ਉਹ ਖਾਬ ਦੇਖੋ ਜੋ ਪੂਰੇ ਹੋ ਸਕਣ। ਸੰਗਤ ਨੂੰ ਉਹ ਖਾਬ ਦਿਖਾਓ ਜੋ ਪੂਰੇ ਕਰ ਸਕੇ। ਜਿਵੇਂ 50 ਰੁਪਏ ਦੀ MRI ਦੀ ਕਹਾਣੀ ਸੀ ਤੇ 1450 ਦਾ ਆਇਆ, ਮੈਂ ਉਸ ਵਿੱਚ ਨਹੀਂ ਜਾਣਾ ਚਾਹੁੰਦਾ। ਜੋ ਵੀ ਕੀਤਾ ਅੱਛਾ ਕੀਤਾ, ਮੈਂ ਕਹਿੰਦਾ 1450 ਤਾਂ ਵੀ ਇਹ ਕਿ ਸਕੂਲਾਂ ਵੀ ਜਿਹੜੀ ਨੇ ਉਹ ਵੀ ਸਿਆਸਤ ਦੀ ਭੇਟ ਚੜ ਗਈ, ਇੱਕ ਤਰੀਕੇ ਨਾਲ ਚੜੀ ਪਈ ਹੈ ਵੀਰ ਜੀ। ਸਿਆਸਤ ਤੇ ਸਿੱਖੀ ਵਿੱਚ ਸੀ ਨਹੀਂ। ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਾਨੂੰ ਸਬਕ ਦਿੱਤਾ ਸੀ, ਹਮੇਸ਼ਾ ਪੀਰੀ ਉੱਚੀ ਰੱਖੀ ਸੀ, ਮੀਰੀ ਨੀਵੀਂ ਰੱਖੀ ਸੀ। ਅੱਜ ਹਾਲਾਤ ਇਹ ਹੋ ਗਏ ਕਿ ਮੀਰੀ ਦਿਖਦੀ ਹੈ, ਪੀਰੀ ਨੂੰ ਕੋਈ ਦੇਖਣਾ ਨਹੀਂ ਚਾਹੁੰਦਾ। ਤੇ ਫਿਰ ਕਿੱਥੋਂ ਅਸੀਂ ਅਦਾਰੇ ਖੜੇ ਕਰ ਲਾਂਗੇ? ਜਿਹੜੇ ਅਦਾਰੇ ਖੜੇ ਨੇ ਅਸੀਂ ਉਹ ਵੀ ਬੰਦ ਕਰ ਘੁੰਮਦੇ ਪਏ ਹਾਂ, ਤੇ ਅੱਗੇ ਕਿੱਥੋਂ ਕਰ ਲਾਂਗੇ? ਜਿੱਥੇ ਸੰਤੋਖ ਸਿੰਘ ਇੰਨੀ ਜ਼ਮੀਨਾਂ ਬਣਾ ਕੇ, ਮੈਂ ਕਹਿੰਦਾ ਇਤਿਹਾਸ ਲੋਕ ਕਹਿੰਦੇ ਵੀ ਉਹਨਾਂ ਬਾਰੇ ਗੱਲ ਕਰਦੇ ਹੋ, ਗੱਲ ਕਿਉਂ ਨਾ ਕਰੀਏ? ਦੇਖੋ ਉਸ ਬੰਦੇ ਦੀ ਦੇਣ ਹੈ, ਅਸੀਂ ਮਨਾ ਨਹੀਂ ਕਰਦੇ। 200 ਤੋਂ ਜ਼ਿਆਦਾ ਤੇ ਸਿੰਘ ਸਭਾ ਗੁਰਦੁਆਰਿਆਂ ਦੇ ਕੰਮ ਹੈ, ਤੇ ਅੱਜ ਦੇ ਲੀਡਰ ਕਿਉਂ ਨਹੀਂ ਕਰ ਸਕਦੇ? ਕਿਉਂ ਨਹੀਂ ਨਾ ਜਜ਼ਬਾ ਰੱਖਦੇ ਕਿ ਮਤਲਬ ਗਵਰਨਮੈਂਟ ਦੇ ਅਗੇਂਸਟ ਖੜੇ ਹੋ ਸਕਣ ਜਿੱਥੇ ਤੁਹਾਡੇ ਲਈ ਪ੍ਰੋਬਲਮ ਆ ਰਹੀ ਹੈ? ਕਿਉਂ ਅਸੀਂ ਸਿਰਫ ਗੱਦੀਆਂ ਦੇਖਦੇ ਹਾਂ? ਕਿਉਂ ਅਸੀਂ ਇਹ ਦੇਖਦੇ ਹਾਂ ਕਿ ਇਹ ਪਾਰਟੀ ਮੇਰੇ ਪਿੱਛੇ ਹੈ, ਉਹ ਪਾਰਟੀ ਪਿੱਛੇ ਹੈ? ਉਸ ਸਮੇਂ ਸਿਰਫ ਕੌਮ ਹੋਣੀ ਚਾਹੀਦੀ ਹੈ, ਉਸ ਸਮੇਂ ਸਿਰਫ ਪੱਗ ਤੇ ਦਸਤਾਰ ਹੋਣੀ ਚਾਹੀਦੀ ਹੈ, ਉਸ ਸਮੇਂ ਸਿਰਫ ਸਿੱਖੀ ਹੋਣੀ ਚਾਹੀਦੀ ਹੈ। ਕਿਉਂਕਿ ਤੁਸੀਂ ਸਿੱਖਾਂ ਦੇ ਨੇਤਾ ਹੋ, ਤੁਸੀਂ ਕਿਸੇ BJP RSS ਅਟਰਮ ਪਟਰਮ ਕਿਸੇ ਦੇ ਨਹੀਂ, ਤੁਸੀਂ ਸਿੱਖਾਂ ਨੂੰ ਲੀਡ ਕਰ ਰਹੇ ਹੋ। ਤੇ ਸਿੱਖ ਕਿਸ ਵੱਲ ਦੇਖੇਗਾ ਜੇ ਉਹਦਾ ਲੀਡਰ ਹੀ ਕਮਜ਼ੋਰ ਹੋ ਜਾਏਗਾ? ਜਾਗੋ ਪਾਰਟੀ ਅਗਰ ਜਿੱਤ ਕੇ ਆਉਂਦੀ ਹੈ, 28 ਤਰੀਕ ਨੂੰ ਸਾਫ਼ ਪਤਾ ਚੱਲ ਜਾਏਗਾ ਕੀ ਹੁੰਦਾ ਕੀ ਨਹੀਂ ਹੁੰਦਾ। ਪੁਨਪ੍ਰੀਤ ਸਿੰਘ ਕਿੱਥੇ ਖੜਾ? ਪੁਨਪ੍ਰੀਤ ਸਿੰਘ ਆਪਣੀ ਕਿਹੜੀ ਸੇਵਾ ਲਾਏਗਾ ਉਸ ਵੇਲੇ? ਇਹ ਹਜੇ ਜਵਾਬ ਦੇਣ ਵਾਲਾ ਨਹੀਂ ਹੈ। ਫਿਰ ਵੀ ਸੋਚਿਆ ਹੋਏਗਾ ਕਿ ਮੈਂ ਆਪਣੀ ਤਰਫੋਂ ਇਹ ਸੇਵਾ ਦਾ ਵਿੱਚ ਯੋਗਦਾਨ ਪਾਵਾਂਗਾ, ਕੁਝ ਦੂਰਦ੍ਰਿਸ਼ਟੀ ਫਿਊਚਰ ਵਾਸਤੇ ਕੁਝ ਸੋਚਿਆ ਤਾਂ ਜ਼ਰੂਰ ਹੋਏ। ਮੈਂ ਰਿਸਰਚਰ ਹਾਂ, ਪੜ੍ਹਾਈ ਵਿੱਚ ਠੀਕ ਆ, ਤੇ ਉੱਥੇ ਹੀ ਰਹਿਣ ਦਿਓ। ਮੇਰਾ ਦੇਖੋ ਸੇਵਾ ਜਿੱਥੇ ਮਰਜ਼ੀ ਰਹਿਣ, ਇਹ ਪਾਰਟੀ ਦੇ ਉੱਤੇ ਹੁੰਦਾ ਜਾਂ ਉਹਦੇ ਉੱਤੇ। ਹਾਂ, ਮੈਂ ਆਪਣੇ ਐਂਡ ਤੇ ਕੀ ਕਰ ਸਕਦਾ ਮੈਂ ਉਹ ਦੇਖਾਂਗਾ। ਮੇਰਾ ਸਭ ਤੋਂ ਪਹਿਲਾ ਫਰਜ਼ ਹੋਏਗਾ ਕਿ ਜੋ ਮੇਰੇ ਹਲਕਿਆਂ ਦੇ ਵਿੱਚ ਲੋੜ ਹੈਗੀ ਬੱਚਿਆਂ ਲਈ, ਜਿਵੇਂ ਕੰਪਿਊਟਰ ਸੈਂਟਰਸ ਚਾਹੀਦੇ ਨੇ, ਐਜੂਕੇਸ਼ਨ ਚਾਹੀਦੀ ਹੈ, ਉਹਨਾਂ ਨੂੰ ਗਾਈਡੈਂਸ ਚਾਹੀਦੀ ਹੈ, ਮੈਂ ਪਹਿਲੇ ਉਹ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂ। ਲਗਾਤਾਰ 4 ਸਾਲ ਵਾਸਤੇ, ਕਿਉਂਕਿ ਸ਼ੁਰੂਆਤ ਦੇ ਵਿੱਚ ਤਾਂ ਕਹਿੰਦੇ ਕਿ ਇੱਕ ਕਹਾਵਤ ਹੈ, ਕਹਿੰਦੇ ਨਵੀਂ ਨੂੰ ਆਉਂਦੀ ਹੈ ਚੁੱਕ ਪੈਰ ਚੁੰਦੀ ਹੈ, ਲੇਕਿਨ ਬਾਅਦ 'ਚ ਫਿਰ ਉਹ ਵੀ ਭੁੱਲ ਜਾਂਦੀ ਹੈ। ਮੈਂ ਮੇਰੇ ਖਿਆਲ ਹਲੇ ਮੈਂਬਰ ਨਹੀਂ ਹਾਂ, ਪਹਿਲਾ ਇਲੈਕਸ਼ਨ ਲੜ ਰਿਹਾ। ਮੈਂ ਇਸ ਗੱਲ ਦਾ ਜਵਾਬ ਜੌਬਸ 6 ਤੋਂ ਦੇ ਚੁੱਕਾ ਹਾਂ ਕਿ 2000 ਬੱਚਾ ਆਪਣੇ ਬਲ ਤੇ ਲਾਉਣਾ ਕੋਈ ਸੌਖਾ ਕੰਮ ਨਹੀਂ ਹੁੰਦਾ। ਇਹ ਕਲਗੀਆਂ ਵਾਲੇ ਦੀ ਰਹਿਮਤ ਹੈ ਜਿਹਨੇ ਸਾਨੂੰ ਇਹ ਸੇਵਾ ਬਖਸ਼ੀ, ਔਰ ਅਸੀਂ ਕਰਨ ਵਿੱਚ ਹਜੇ ਤੱਕ ਕਾਮਯਾਬ ਰਹੇ ਹਾਂ। ਤੁਸੀਂ ਸਾਨੂੰ ਬੜਾ ਇਸ ਦੇ ਵਿੱਚ ਹੈਲਪ ਕੀਤੀ ਹੈ, ਇਸ ਚੈਨਲ ਨੇ ਸਾਨੂੰ ਬਹੁਤ ਗਾਈਡ ਕੀਤਾ। 70 ਤੋਂ ਉੱਤੇ ਕੈਂਪਸ ਲਗਾਏ, ਤੇ ਆਪ ਸਾਰੀ ਗੱਲ ਜਾਣਦੇ ਹੋ। ਜੇ ਜਜ਼ਬਾ ਹੋਏ, ਜਨੂਨ ਹੋਏ, ਤੇ ਫਿਰ 40 ਸਿੰਘ ਵੀ ਨਾ 10 ਲੱਖ ਦੀ ਫੌਜ ਨਾਲ ਲੜ ਜਾਂਦੇ ਨੇ। ਇਤਿਹਾਸ ਹੈਗਾ, ਉਹਨੂੰ ਵੇਖਾਂਗੇ, ਗੁਰੂ ਆਪੇ ਬਖਸ਼ਿਤ ਕਰੇਗਾ। ਅਖੀਰਲੀ ਓਵਰਆਲ ਕਰਕੇ ਗੱਲ ਕਰਦੇ ਆ, ਤੇ ਜਾਗੋ ਪਾਰਟੀ ਕਿੰਨੀ ਸੀਟਾਂ ਤੇ ਤੁਸੀਂ ਸੋਚ ਰਹੇ ਹੋ ਕਿ ਵੀ ਆਪਾਂ ਜਿੱਤ ਹਾਸਿਲ ਕਰਕੇ ਰਵਾਂਗੇ? I'll not comment on that. To be honest, ਇਸ ਵਾਰ ਮੈਂ ਕਹਾਂਗਾ ਕਿ ਕੰਪੀਟੀਸ਼ਨ ਇਜ਼ देयर।
ਅਸੀਂ ਨਵੇਂ ਪਹਿਲਾਂ 2 ਵਾਰ ਪਹਿਲਾਂ ਜਿਹੜਾ ਸੀਗਾ ਪਹਿਲੇ 2 ਦੇ ਵਿੱਚ ਕੰਪੀਟੀਸ਼ਨ ਸੀਗਾ 2017 ਦੀ ਗੱਲ ਕਰਾਂ, ਇਸ ਵਾਰ 3 ਦੇ ਵਿੱਚ ਕੰਪੀਟੀਸ਼ਨ ਹੈ। ਇਹ ਨਾ ਹੋਵੇ ਕਿ 2 ਦੀ ਲੜਾਈ ਦੇ ਵਿੱਚ ਤੀਜਾ ਕੋਈ ਨਾ ਕੋਈ ਬਾਜੀ ਮਾਰ ਜਾਏ। ਹੁੰਦਾ ਤਾਂ ਇਹੀ ਹੈ, ਦੇਖੋ ਟ੍ਰਾਇੰਗੂਲਰ ਫਾਈਟ ਵਿੱਚ ਮੋਸਟਲੀ ਇਹੀ ਹੁੰਦਾ ਹੈ। ਪਰ ਜਾਗੋ ਪਾਰਟੀ ਅਸੀਂ ਕਦੀ ਇਸ ਚੀਜ਼ ਵਿੱਚ ਬਿਲੀਵ ਨਹੀਂ ਕੀਤਾ ਕਿ ਅਸੀਂ ਇਹਨੂੰ ਕੱਟ ਕੇ ਜਾਂ ਉਹਨੂੰ ਵੱਢ ਕੇ ਹਾਰਸ ਟ੍ਰੇਡਿੰਗ ਕਰਕੇ ਕੰਮ ਕਰੀਏ। ਵੀ ਡੋਂਟ ਬਿਲੀਵ ਇਨ ਦੈਟ, ਵੀ ਬਿਲੀਵ ਇਨ ਕਲੀਨ ਚਿੱਟ। ਦੇਖੋ ਮੈਂ ਕਹਿੰਦਾ 5 ਆਣ 45 ਆਣ 10 ਆਣ ਜਿੰਨੀਆਂ ਵੀ ਆਣ, ਉਹ ਸੀਟਾਂ ਤੇ ਜਿਹੜੇ ਵੀ ਉਮੀਦਵਾਰ ਆਣ ਉਹ ਕੰਮ ਕਰਨ। ਮੈਂ ਕਹਿੰਦਾ ਇੱਕ ਵੀ ਆਏ ਉਹ ਕੰਮ ਕਰੇ, ਕਿਉਂਕਿ ਉਹ ਖੁਦ ਨਹੀਂ ਆ ਰਿਹਾ, ਉਹ ਜਾਗੋ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਿਹਾ, ਉਹ ਸਰਦਾਰ ਮਨਜੀਤ ਸਿੰਘ ਜੀਕੇ ਨੂੰ ਰਿਪਰੈਜ਼ੈਂਟ ਕਰ ਰਿਹਾ, ਉਹ ਉਸ ਸੋਚ ਨੂੰ ਰਿਪਰੈਜ਼ੈਂਟ ਕਰ ਰਿਹਾ ਜਿਹਨੂੰ ਲੈ ਕੇ ਅੱਜ ਮਨਜੀਤ ਸਿੰਘ ਜੀਕੇ ਇੰਨੀ ਵੱਡੀ ਲੜਾਈ ਲੜੇ। ਔਰ 2 ਸਾਲ 'ਚ ਜ਼ੀਰੋ ਤੋਂ ਵਾਪਸ ਆਪਣੇ ਆਪ ਨੂੰ ਖੜਾ ਕਰਨਾ ਬੜਾ ਔਖਾ ਹੁੰਦਾ। ਮਤਲਬ ਤੁਹਾਡਾ ਆਪਾਂ ਓਵਰਆਲ ਕਹਿ ਲਈਏ ਕਿ ਤੁਹਾਡਾ ਜਿਹੜਾ ਹੈ ਐਜੂਕੇਸ਼ਨ ਔਰ ਰਿਸਰਚ ਔਰ ਖਾਸ ਤੌਰ ਤੇ ਜੌਬਸ ਨੂੰ ਐਮਪਲੋਇਮੈਂਟ ਨੂੰ ਲੈ ਕੇ ਤੁਹਾਡਾ ਜਿਹੜਾ ਕਿ ਇੱਕ ਪਾਸੇ ਧਿਆਨ ਪੂਰਾ ਰਹੇਗਾ। ਪਨਪ੍ਰੀਤ ਜੀ, ਆਖੀਰ ਦੇ ਵਿੱਚ ਕੀ ਆਪਣਾ ਸਨੇਹਾ ਸਾਂਝਾ ਕਰਨਾ ਚਾਹੋਗੇ, ਕਿਉਂਕਿ ਸਿੱਖ ਚੈਨਲ ਇੱਕ ਤੋਂ ਦੂਰ ਦੁਰਾਡੇ ਬਾਹਰ ਜਿੱਥੇ ਸਾਰੀ ਤੁਹਾਨੂੰ ਸੰਗਤਾਂ ਦੇਖ ਰਹੀਆਂ, ਦਿੱਲੀ ਦੀ ਸੰਗਤ ਦੇ ਵੀ ਯਾਰ ਵੇਲੀ ਔਰ ਸਗੇ ਸੰਬੰਧੀ ਜਿਹੜੇ ਕਿ ਨੇ ਦਿੱਲੀ ਦੇ ਵਿੱਚ ਰਹਿੰਦੇ ਨੇ, ਬਾਹਰ ਵੀ ਰਹਿੰਦੇ ਨੇ, ਉਹ ਵੀ ਜ਼ਰੂਰ ਜਿਹੜਾ ਕਿ ਐਕਸਪੋਰਟ ਵਾਸਤੇ ਕਹਿੰਦੇ ਕਿ ਤੁਸੀਂ ਇਹਨੂੰ ਸਪੋਰਟ ਕਰੋ। ਕੀ ਆਪਣਾ ਸਨੇਹਾ ਸਾਂਝਾ ਕੀ ਕਰਨਾ ਚਾਹੋਗੇ? ਮੈਂ ਸੰਗਤ ਨਾਲ ਇੱਕ ਸੁਨੇਹਾ ਸਾਂਝਾ ਕਰਨਾ ਚਾਹਾਂਗਾ ਔਰ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਵਿਖਾਵੇ 'ਚ ਨਾ ਆਓ, ਤੁਸੀਂ ਕਿਸੇ ਨਸ਼ੇ ਪੱਤੇ ਇਹ ਸਭ 'ਚ ਨਾ ਆਓ। ਤੁਸੀਂ ਅੱਜ ਤੇ ਇਸ ਵਿੱਚ ਫਸ ਜਾਓਗੇ, ਪਰ ਕੱਲ ਇਹੀ ਤੁਹਾਡੀ ਮਾਰ ਪਏਗੀ। ਤੁਸੀਂ ਇਹ ਕਿਸੇ ਪਾਰਟੀ ਨੂੰ ਨਾ ਦੇਖੋ, ਤੁਸੀਂ ਕੈਂਡੀਡੇਟ ਦੇਖੋ। ਤੁਸੀਂ ਇਹ ਦੇਖੋ ਕਿ ਉਹ ਕੈਂਡੀਡੇਟ ਤੁਹਾਡੇ ਲਈ ਕੰਮ ਕਰੇਗਾ। ਪਿੱਛੇ ਜੋ ਹੋਇਆ ਉਹਨੂੰ ਲੈ ਕੇ ਫਿਊਚਰ ਨਾ ਖਰਾਬ ਕਰੋ। ਫਿਊਚਰ ਅਸੀਂ ਬਣਾਉਣਾ ਹੈ, ਚੇਂਜ ਲਿਆਵਾਂਗੇ ਤੇ ਵਧੇਗਾ, ਨਹੀਂ ਤੇ ਅਸੀਂ ਉਸੇ ਵਿੱਚ ਫਸੇ ਰਹਿ ਜਾਾਂਗੇ। ਔਰ ਐਦਾਂ ਨੁਕਸਾਨ ਕਿਸੇ ਲੀਡਰ ਦਾ ਨਹੀਂ ਹੋਣਾ, ਨੁਕਸਾਨ ਪੰਥ ਦਾ ਹੋਏਗਾ ਔਰ ਨੁਕਸਾਨ ਸਾਡੀ ਅਗਲੀ ਜਨਰੇਸ਼ਨਸ ਦਾ ਹੋਏਗਾ। ਕਿਉਂਕਿ ਜੇ ਅਸੀਂ ਅੱਜ ਇਹ ਚੀਜ਼ ਨਾ ਸੰਭਾਲੀ, ਕੱਲ ਸਾਡੀ ਜਨਰੇਸ਼ਨਸ ਦੇ ਹੱਥ ਵਿੱਚ ਕੁਝ ਨਹੀਂ ਆਉਣ ਵਾਲਾ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਸੋ ਸੰਗਤ ਜੀ, ਕਲੀਅਰਲੀ ਗੱਲ ਕਰਦੇ ਆ ਕਿ 2021 ਦੀ ਜਿਹੜੀ ਚੋਣਾਂ ਨੇ ਉਹ ਕਿਤੇ ਨਾ ਕਿਤੇ ਕੈਂਡੀਡੇਟ ਨੂੰ ਦੇਖਦੇ ਹੋਏ ਆਉਣ ਵਾਲੇ 25 ਤਰੀਕ ਨੂੰ ਇਲੈਕਸ਼ਨ ਜਿਹੜੇ ਕਿ ਹੋਣ ਵਾਲੇ ਨੇ, ਕੈਂਡੀਡੇਟ ਨੂੰ ਦੇਖਦੇ ਹੋਏ ਇਲੈਕਸ਼ਨ ਹੋਣਗੇ। ਕਿਉਂਕਿ ਇਸ ਵਾਰ ਪਾਰਟੀ ਦੀ ਅਗਰ ਗੱਲ ਕਰੀਏ, ਪਾਰਟੀ ਦੇ ਮਾਮਲੇ ਦੇ ਉੱਤੇ ਕੁਝ ਵੀ ਅਜੇ ਕਹਿਣਾ ਕੋਈ ਸੰਕੋਚ ਕਰਾਂਗੇ। ਔਰ ਤੁਸੀਂ ਜੁੜੇ ਰਹੋ ਸਿੱਖ ਚੈਨਲ ਦੇ ਨਾਲ। ਦਾਸ ਜਸਮੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।